ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਜਦੋਂ ਤੁਸੀਂ ਕੋਈ ਚੀਜ਼ ਆਪਦੀ ਕਮਾਈ ਨਾਲ ਬਣਾਉਂਦੇ ਹੋ ਨਾ, ਤੁਹਾਨੂੰ ਉਹਦਾ ਅਲੱਗ ਹੀ ਆਨੰਦ ਹੁੰਦਾ ਹੈ ਨਾ, ਉਹਦਾ ਅਲੱਗ ਹੀ ਸਵਾਦ ਹੁੰਦਾ। ਮੈਂ ਫਾਈਨੈਂਸ਼ਲੀ ਤੁਹਾਡੇ 'ਤੇ ਡਿਪੈਂਡੈਂਟ ਹਾਂ ਨਾ, ਉੱਥੇ ਮੈਂ ਤੁਹਾਡੇ ਤੋਂ ਆਪਦੇ ਸ਼ੌਂਕ ਲਈ ਪੈਸੇ ਨਹੀਂ ਲਵਾਂਗੀ, ਮੈਂ ਉਹਦੀ ਜ਼ਰੂਰਤ ਲਈ ਲਵਾਂਗੀ ਹੈ ਨਾ। 7-8 ਸਾਲ 10 ਸਾਲ ਮੇਰਾ ਨਾ ਕੌਨਫੀਡੈਂਸ ਬਿਲਕੁਲ ਹੀ ਮਰ ਗਿਆ ਸੀਗਾ ਹੈ ਨਾ। ਕਿੱਥੇ ਮੈਨੂੰ ਐਂ ਹੁੰਦਾ ਸੀ ਵੀ ਮੈਂ 1000 ਜਣਿਆਂ ਦੇ ਇਕੱਠ 'ਚ ਵੀ ਮੈਂ ਸਟੇਜ 'ਤੇ ਖੜ੍ਹ ਕੇ ਬੋਲ ਲੈਂਦੀ ਹੁੰਦੀ ਸੀ। ਹਮੇਸ਼ਾ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਵਿੱਚ ਤਣਾਅ ਜ਼ਿਆਦਾ ਕਿਉਂ ਹੁੰਦਾ? ਘਰ ਵੀ ਤੁਹਾਨੂੰ ਡਿਪਰੈਸ਼ਨ ਦਿੰਦਾ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਜੇ 5 ਵਜੇ ਕਿਸੇ ਨੂੰ ਛੁੱਟੀ ਹੋਈ ਆ ਤਾਂ ਉਹ ਜ਼ਰੂਰੀ ਨਹੀਂ ਵੀ 5:30 ਹੀ ਘਰੇ ਆ ਜਾਓ, ਉਹਨੂੰ 7 ਵੀ ਵੱਜ ਸਕਦੇ ਨੇ, ਜਾਂ ਉਹ ਕਦੀ ਆਪਦੇ ਕੰਮ 'ਤੇ ਲੇਟ ਵੀ ਹੋ ਸਕਦਾ। ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਸਿਰਫ ਇਹ ਨਹੀਂ ਹੈਗਾ ਕਿ ਤੁਹਾਨੂੰ ਜ਼ਿੰਦਗੀ 'ਚ ਕੁਝ ਫੈਸਲੇ ਲੈਣ ਦਾ ਹੱਕ ਦੇ ਦਿੰਦਾ ਆ, ਪਰ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਪੜ੍ਹਦੇ ਹਾਂ ਉਦੋਂ ਅਸੀਂ ਇਹ ਨਹੀਂ ਕਹਿੰਦੇ ਕਿ ਮੈਂ ਜ਼ਿੰਦਗੀ 'ਚ ਜਾ ਕੇ ਇੰਨਾ ਪੈਸਾ ਕਮਾਉਣਾ ਵਾ, ਇਸ ਕਰਕੇ ਮੈਂ ਪੜ੍ਹ ਰਹੀ ਹਾਂ। ਆਪਾਂ ਉਹਦੇ ਨਾਲ ਨਾਲ ਕੁਝ ਆਪਣੇ ਸੁਪਨੇ ਵੀ ਬੁਣਦੇ ਹਾਂ। ਸਭ ਤੋਂ ਵੱਡੀ ਚੀਜ਼ ਮੈਨੂੰ ਇਹ ਲੱਗਦੀ ਕਿ ਜਦੋਂ ਕੁੜੀਆਂ ਬਾਹਰ ਨਿਕਲਦੀਆਂ ਨੇ, ਉਹ ਆਪਣੇ ਨਿਆਣਿਆਂ ਨੂੰ ਜ਼ਿਆਦਾ ਬਿਹਤਰੀ ਨਾਲ ਸਮਝਦੀਆਂ ਨੇ। ਜੇ ਤੁਸੀਂ ਕੋਈ ਕੁੜੀ ਵਿਆਹ ਕੇ ਆਪਣੇ ਘਰ ਲੈ ਕੇ ਆ ਰਹੇ ਹੋ, ਤੁਸੀਂ ਕਹਿ ਰਹੇ ਹੋ ਤੁਹਾਡੀ ਇਹ ਸੋਚ ਆ ਵੀ ਅਸੀਂ ਉੱਤੇ ਤੋਂ ਨੌਕਰੀ ਨਹੀਂ ਕਰਾਉਣੀ, ਇਹ ਚੀਜ਼ ਤੁਹਾਨੂੰ ਵਿਆਹ ਤੋਂ ਪਹਿਲਾਂ ਖੋਲ੍ਹ ਲੈਣੀ ਚਾਹੀਦੀ ਹੈ। ਫਿਰ ਉਹ ਡਿਪੈਂਡ ਕਰਦਾ ਵੀ ਕੁੜੀ ਨੂੰ ਉਹ ਚੀਜ਼ ਤੁਹਾਡਾ ਵਿਚਾਰ ਚੰਗਾ ਲੱਗਿਆ ਜਾਂ ਨਹੀਂ ਲੱਗਿਆ। ਸ਼ਾਇਦ ਇਹ ਸੁਣਨ ਨੂੰ ਅਜੀਬ ਲੱਗੂ, ਫਿਰ ਤੁਸੀਂ ਚੁਗਲਬਾਜ਼ ਵੀ ਹੋ ਜਾਂਦੇ ਹੋ ਨਾ। ਤੁਸੀਂ ਫੋਨ ਤੇ ਕਿਸੇ ਨੂੰ ਫੋਨ ਲਾ ਲਿਆ, ਕਦੇ ਕਿਸੇ ਨੂੰ। ਸਹੀ ਗੱਲ ਆ ਵੀ ਤੁਸੀਂ ਲੱਭਦੇ ਰਹਿੰਦੇ ਹੋ ਕਿ ਮੈਂ ਹੁਣ ਕਿਹਨੂੰ ਫੋਨ ਕਰਾਂ, ਕਿਹਦੇ ਨਾਲ ਗੱਲ ਕਰਾਂ, ਕਿਹਦੇ ਨਾਲ ਮੈਂ ਟਾਈਮ ਪਾਸ ਕਰਾਂ, ਹੈ ਨਾ। ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣਾ ਮੈਨੂੰ ਲੱਗਦਾ ਆਰਥਿਕ ਤੌਰ 'ਤੇ ਕੁੜੀਆਂ ਦਾ ਸਵੈ ਨਿਰਭਰ ਹੋਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ। ਜਦੋਂ ਮੈਂ ਜੌਬ ਸ਼ੁਰੂ ਕੀਤੀ ਇਹ ਚੀਜ਼ਾਂ ਥੋੜ੍ਹੀਆਂ ਚੇਂਜ ਹੋਈਆਂ। ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਨੂੰ ਪਹਿਲੀ ਵਾਰ ਇਹ ਨਹੀਂ ਸੀ ਪਤਾ ਕਿ ਪਟਿਆਲੇ ਤੋਂ ਮੋਹਾਲੀ ਤੱਕ ਦਾ ਕਿਰਾਇਆ ਕਿੰਨਾ। ਕੁੜੀਆਂ ਦਾ ਕਮਾਉਣਾ ਕਿਸੇ ਵੀ ਪੱਖ ਤੋਂ ਗਲਤ ਆ। ਹਾਂ, ਉੱਥੇ ਮੈਂ ਜ਼ਰੂਰ ਕਹਿੰਦੀ ਹਾਂ ਵੀ ਜਿੱਥੇ ਕਈ ਕੁੜੀਆਂ ਕਹਿ ਦਿੰਦੀਆਂ ਨੇ ਕਿ ਵਿਆਹ ਵੀ ਤਾਂ ਹੀ ਹੁੰਦਾ ਵਾ ਕਿਉਂਕਿ ਸਾਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਚਾਹੀਦੀ ਹੁੰਦੀ ਹੈ ਨਾ, ਉੱਥੇ ਜ਼ਰੂਰ ਇਹ ਕਲੈਸ਼ ਆਉਂਦਾ ਆ। ਉਹ ਕੁੜੀਆਂ ਬਾਰੇ ਸੋਚੋ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਰਨਾ ਕੁਝ ਹੋਰ ਸੋਚਿਆ ਹੋਇਆ ਸੀ, ਪਰ ਉਹ ਕਰ ਕੁਝ ਹੋਰ ਰਹੀਆਂ ਨੇ। ਉਹ ਮਾਨਸਿਕ ਤੌਰ 'ਤੇ ਕਿੰਨੀਆਂ ਪਰੇਸ਼ਾਨ ਹੋਣਗੀਆਂ ਹੈ ਨਾ। ਆਪਾਂ ਕਹਿੰਦੇ ਹਾਂ ਨਾ ਕਿ 2 ਜੀਆਂ ਦਾ ਕੰਮ ਕਰਨਾ ਬਹੁਤ ਜ਼ਰੂਰੀ ਆ, ਮਤਲਬ ਆਪਦੇ ਕਿੱਤੇ 'ਚ ਰੁੱਝੇ ਹੋਣਾ ਬਹੁਤ ਜ਼ਰੂਰੀ ਆ। ਫਿਰ ਉਹ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਤੰਗ ਨਹੀਂ ਕਰਦੇ ਹੈਗੇ, ਖਿੱਚਦੇ ਨਹੀਂ ਦਿਨ ਰਾਤ, ਹੈ ਨਾ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦਿਨ ਐਤਵਾਰ ਤੇ ਅਸੀਂ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲ ਤੇ ਗੱਲ। 100 ਦੇ ਨੇੜੇ ਐਪੀਸੋਡ ਜਾਣ ਵਾਲੇ ਨੇ ਤੇ ਤੁਹਾਡਾ ਸਾਰਿਆਂ ਦਾ ਅਸੀਂ ਸ਼ੁਕਰੀਆ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ, ਇੰਨਾ ਸਹਿਯੋਗ ਦਿੱਤਾ ਤੇ ਤੁਹਾਡੀ ਬਦੌਲਤ ਤੁਸੀਂ ਪ੍ਰੋਗਰਾਮ ਦੇਖਦੇ ਹੋ, ਫੀਡਬੈਕ ਭੇਜਦੇ ਹੋ, ਕਮੈਂਟ ਕਰਦੇ ਹੋ। ਤੁਸੀਂ ਤੁਹਾਡੀ ਬਦੌਲਤ ਇਹ ਪ੍ਰੋਗਰਾਮ ਅਸੀਂ ਇੰਨਾ ਲੰਬਾ ਚਲਾ ਸਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 100ਵੇਂ ਐਪੀਸੋਡ 'ਤੇ ਜਾ ਕੇ ਤੁਹਾਡੇ ਲਈ ਵੀ ਕੁਝ ਅਸੀਂ ਹੋਰ ਖਾਸ ਕਰ ਸਕੀਏ। ਬਾਕੀ ਬੀ ਸੋਸ਼ਲ ਪੋਡਕਾਸਟ ਨੂੰ ਤੁਸੀਂ ਸਪੋਟੀਫਾਈ 'ਤੇ ਜਾ ਕੇ ਫੋਲੋ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਤੁਸੀਂ ਆਡੀਓ ਦੇ ਰੂਪ ਦੇ ਵਿੱਚ ਵੀ ਸੁਣ ਸਕਦੇ ਹੋ। ਅੱਜ ਦੇ ਗੱਲ ਤੇ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਕੁੜੀਆਂ ਦਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਕਿਉਂ ਜ਼ਰੂਰੀ ਆ, ਆਰਥਿਕ ਤੌਰ 'ਤੇ ਉਹਨਾਂ ਦਾ ਮਜ਼ਬੂਤ ਹੋਣਾ ਕਿਉਂ ਜ਼ਰੂਰੀ ਆ। ਸ਼ਾਇਦ ਇੱਕ ਅੱਧੀ ਵਾਰ ਪਹਿਲਾਂ ਵੀ ਅਸੀਂ ਇਸ ਵਿਸ਼ੇ 'ਤੇ ਗੱਲਬਾਤ ਕੀਤੀ ਆ, ਪਰ ਅੱਜ ਦੁਬਾਰਾ ਤੋਂ ਜਾਂ ਅੱਜ ਨਵੇਂ ਸਿਰੇ ਤੋਂ ਫਿਰ ਅਸੀਂ ਇਸ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹਾਜ਼ਰ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਆ? ਵਧੀਆ, ਤੁਸੀਂ ਕਿਵੇਂ ਹੋ? ਵਧੀਆ, ਠੀਕ ਠਾਕ। ਮੈਨੂੰ ਲੱਗਦਾ ਇੱਕ ਵਾਰੀ ਆਪਾਂ ਪਹਿਲਾਂ ਵੀ ਇਸ ਵਿਸ਼ੇ 'ਤੇ ਗੱਲ ਕੀਤੀ ਆ ਹੈ ਨਾ ਕਿ ਕੁੜੀਆਂ ਦਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਕਿਉਂ ਜ਼ਰੂਰੀ ਆ। ਹਾਂ, ਇੱਕ ਵਾਰੀ ਆਪਾਂ ਮਨਜੋਤ ਭਾਬੀ ਹੁਣਾਂ ਨਾਲ ਗੱਲ ਕੀਤੀ ਸੀਗੀ। ਹਾਂ, ਤੇ ਪਰ ਹਾਂ ਉਹਦੇ 'ਚ ਥੋੜ੍ਹੀਆਂ ਜਿਹੀਆਂ ਚੀਜ਼ਾਂ ਵੱਖਰੀਆਂ ਸੀਗੀਆਂ ਨਾ। ਪਰ ਮਤਲਬ ਉਹ ਇਹ ਸੀਗਾ ਕਿ ਜਿਨ੍ਹਾਂ ਨੇ ਬਹੁਤ ਸਾਲਾਂ ਬਾਅਦ ਕੋਈ ਕਰੀਅਰ ਚੂਜ਼ ਕੀਤਾ ਹੈ ਨਾ ਆਪਣੇ ਲਈ, ਵੀ ਉਹਨਾਂ ਨੂੰ ਲੱਗਿਆ ਕਿ ਹੁਣ ਆਰਥਿਕ ਤੌਰ 'ਤੇ ਉਹਨਾਂ ਨੂੰ ਮਤਲਬ ਮਜ਼ਬੂਤ ਹੋਣਾ ਚਾਹੀਦਾ ਆਪਣੇ ਪੈਰਾਂ 'ਤੇ, ਤਾਂ ਉਸ ਚੀਜ਼ 'ਤੇ ਆਪਾਂ ਗੱਲ ਕੀਤੀ ਸੀ। ਪਰ ਮੈਂ ਜਦੋਂ ਪੜ੍ਹ ਕੇ ਹਟੀ, ਮੈਂ ਨਾਲ ਦੀ ਨਾਲ ਆਪਣੀ ਜੌਬ ਸ਼ੁਰੂ ਕਰ ਲਈ। ਮੈਨੂੰ ਤਕਰੀਬਨ 8 ਸਾਲ ਹੋ ਗਏ ਨੇ ਹੈ ਨਾ ਜੌਬ ਕਰਦੀ ਨੂੰ। ਪਰ ਤੁਸੀਂ ਬੜੇ ਲੰਮੇ ਟਾਈਮ ਤੋਂ ਬਾਅਦ ਜੌਬ ਸ਼ੁਰੂ ਕੀਤੀ ਹੈ ਨਾ, ਤੁਹਾਡਾ ਵਿਆਹ ਹੋਇਆ, ਉਸ ਤੋਂ ਬਾਅਦ ਤੁਹਾਡੇ ਬੱਚੇ ਹੋਏ, ਬੱਚਿਆਂ ਨੂੰ ਤੁਸੀਂ ਪ੍ਰੋਪਰ ਸਮਾਂ ਦਿੱਤਾ ਹੈ ਨਾ। ਇੱਕ ਮੈਨੂੰ ਰਾਜਬਰਾ ਭਾਜੀ ਕਹਿੰਦੇ ਤੂੰ ਅੰਗਰੇਜ਼ੀ ਦੇ ਸ਼ਬਦ ਬਹੁਤ ਬੋਲਦੀ। ਹੁਣ ਮੈਂ ਜਦੋਂ ਵੀ ਬੋਲਦੀ ਹਾਂ ਨਾ ਮੇਰੇ ਧਿਆਨ 'ਚ ਆ ਜਾਂਦਾ। ਅਤੇ ਤੁਸੀਂ ਉਹਨਾਂ ਨੂੰ ਆਪਣਾ ਪੂਰਾ ਸਮਾਂ ਦਿੱਤਾ ਹੈ ਨਾ। ਅਤੇ ਪਰ ਜਦੋਂ ਤੁਸੀਂ ਆਪਦੇ ਲਈ ਕੁਛ ਕਰਨਾ ਸ਼ੁਰੂ ਕੀਤਾ, ਤੁਹਾਨੂੰ ਲੱਗਿਆ ਕਿ ਨਹੀਂ ਮੈਂ ਹੁਣ ਬਾਹਰ ਜਾ ਕੇ ਨੌਕਰੀ ਕਰਾਂ ਹੈ ਨਾ। ਪਹਿਲਾਂ ਦਾ ਜਿਹੜਾ ਸਮਾਂ ਸੀ ਅਤੇ ਨੌਕਰੀ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ 'ਚ ਕੀ ਬਦਲਾਅ ਮਹਿਸੂਸ ਕੀਤਾ, ਜਾਂ ਤੁਹਾਡੀਆਂ ਭਾਵਨਾਵਾਂ ਤੁਹਾਨੂੰ ਕਿਵੇਂ ਲੱਗੀਆਂ ਕਿ ਮੈਂ
ਇਹ ਬਦਲੀਆਂ ਨੇਗੀਆਂ ਜਾਂ ਕਿਵੇਂ ਮਹਿਸੂਸ ਕਰਦੇ ਸੀਗੇ ਤੁਸੀਂ? ਗੁਰਦੀਪ, ਮੈਨੂੰ ਲੱਗਦਾ ਵੀ ਕਈ ਵਾਰੀ ਨਾ ਅਸੀਂ ਸਾਲ ਦਰ ਸਾਲ ਜੋ ਚੀਜ਼ ਕਰਦੇ ਹਾਂ, ਜਿਵੇਂ ਮੈਂ ਕਈ ਸਾਲ ਘਰੇ ਰਹੀ ਹਾਂ, ਹੈ ਨਾ, ਤੇ ਉਹਦੇ 'ਚ ਮੈਂ ਆਪਣੇ ਨਿਆਣੇ ਪਾਲੇ, ਘਰ ਦੇ ਮਤਲਬ ਸਾਰੇ ਕੰਮ, ਜਿਵੇਂ ਆਪਾਂ ਕਹਿੰਦੇ ਵੀ ਜਦੋਂ ਤੁਸੀਂ ਘਰੇ ਹੁੰਦੇ ਹੋ ਤੁਹਾਨੂੰ ਲੱਗਦਾ ਹੁੰਦਾ ਵੀ ਸਾਰੀਆਂ ਜ਼ਿੰਮੇਵਾਰੀਆਂ ਮੇਰੀਆਂ ਨੇ, ਹੈ ਨਾ, ਤਾਂ ਉਹ ਮਾਹੌਲ ਨਾ ਤੁਹਾਨੂੰ ਸਿਖਾਵਾਂ ਲੱਗਣ ਲੱਗ ਜਾਂਦਾ। ਉਹ ਹੁੰਦਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਉੱਠੋਗੇ। ਚਲੋ ਵੈਸੇ ਮੈਨੂੰ ਤਾਂ ਬਹੁਤ ਛੇਤੀ ਉੱਠਣ ਦੀ ਆਦਤ ਆ, ਹੈ ਨਾ, ਵੀ ਤੁਸੀਂ ਆਪਣੇ ਨਿਆਣਿਆਂ ਨੂੰ ਪੂਰਾ ਸਮਾਂ ਦਿੰਦੇ ਹੋ ਘਰ 'ਚ, ਮਤਲਬ ਛੋਟੇ ਛੋਟੇ ਸ਼ੌਂਕ ਜੇ ਵੀ ਹੁੰਦੇ ਉਹ ਵੀ ਤੁਹਾਡੇ ਪੂਰੇ ਹੋ ਜਾਂਦੇ ਆ, ਹੈ ਨਾ। ਪਰ ਮੈਨੂੰ ਲੱਗਦਾ ਵੀ ਉਸ ਸਿਖਾਵੀਂ ਸਥਿਤੀ ਨਾਲੋਂ ਨਾ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ, ਫਿਰ ਚਾਹੇ ਤੁਹਾਨੂੰ ਉਸ ਤੋਂ ਵੀ 2 ਘੰਟੇ ਪਹਿਲਾਂ ਉੱਠਣਾ ਪੈਂਦਾ, ਤੁਸੀਂ ਆਪਣੇ ਕੰਮਾਂ ਨੂੰ ਪੂਰਾ ਟਾਈਮ ਨਾਲ ਕਰਦੇ ਹੋ ਵੀ ਮੈਂ 9 ਵਜੇ ਤੋਂ ਲੇਟ ਨਹੀਂ ਹੋ ਸਕਦਾ, ਹੈ ਨਾ। ਜਦੋਂ ਮੈਂ ਇਹ ਚੀਜ਼ਾਂ ਸ਼ੁਰੂ ਕੀਤੀਆਂ, ਹਾਂ ਥੋੜ੍ਹੀ ਜਿਹੀ ਔਖ ਮੈਨੂੰ ਜ਼ਰੂਰ ਲੱਗੀ ਸੀ ਵੀ ਹੁਣ ਇੰਨੇ ਸਾਲਾਂ ਬਾਅਦ ਕਿਉਂ, ਹੈ ਨਾ। ਮਤਲਬ ਦੂਜੀ ਚੀਜ਼ ਹੈ ਕਿ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਫਾਈਨੈਂਸ਼ਲੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਹੈ ਨਾ, ਤਾਂ ਅਸੀਂ ਕਿਉਂ ਕਰਨਾ। ਆਪਾਂ ਥੋੜ੍ਹੇ ਉੱਥੇ ਇਮੋਸ਼ਨਲ ਵੀ ਹੋ ਜਾਂਦੇ ਆ ਵੀ ਯਾਰ ਹੁਣ ਨਿਆਣਿਆਂ ਨੂੰ ਛੱਡ ਕੇ ਕਿਉਂ ਜਾਣਾ, ਹੈ ਨਾ। ਪਰ ਮੈਨੂੰ ਲੱਗਦਾ ਉਹ ਜ਼ਰੂਰੀ ਹੁੰਦਾ ਬਹੁਤ ਜ਼ਿਆਦਾ, ਹੈ ਨਾ। ਮੇਰੇ 'ਚ ਜਿਹੜਾ ਬਦਲਾਅ ਆਇਆ ਉਹ ਇਹ ਆਇਆ ਸੀਗਾ ਕਿ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਬਹੁਤ ਜ਼ਿਆਦਾ ਵਧੀਆ ਸਟੂਡੈਂਟ ਸੀ, ਹੈ ਨਾ, ਅਤੇ ਜਦੋਂ ਮੈਂ ਆਪਣੇ ਨਾਲਦਿਆਂ ਨੂੰ ਦੇਖਦੀ ਹੁੰਦੀ ਸੀਗੀ ਕਿ ਉਹਨਾਂ 'ਚ ਮੇਰੇ ਨਾਲੋਂ ਕਿੰਨਾ ਜ਼ਿਆਦਾ ਫਰਕ ਪੈ ਗਿਆ, ਹੈ ਨਾ, ਤਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਮੈਨੂੰ ਵੀ ਉਸ ਸਟੇਜ 'ਤੇ ਜਾਣਾ ਚਾਹੀਦਾ, ਹੈ ਨਾ, ਜਿੱਥੇ ਅੱਜ ਮੈਂ ਉਹਨਾਂ ਨੂੰ ਦੇਖਦੀ ਹਾਂ। ਤਾਂ ਸੱਚੀ ਜਦੋਂ ਮੈਂ ਇਹ ਚੀਜ਼ਾਂ ਸ਼ੁਰੂ ਕੀਤੀਆਂ, ਪਹਿਲੀ ਗੱਲ ਤਾਂ ਜਿਹੜਾ ਮੈਂ ਮਹਿਸੂਸ ਕੀਤਾ ਸੀ ਵੀ 7-8 ਸਾਲ 10 ਸਾਲ ਮੇਰਾ ਨਾ ਕੌਨਫੀਡੈਂਸ ਬਿਲਕੁਲ ਹੀ ਮਰ ਗਿਆ ਸੀਗਾ, ਹੈ ਨਾ। ਕਿੱਥੇ ਮੈਨੂੰ ਐਂ ਹੁੰਦਾ ਸੀ ਵੀ ਮੈਂ 1000 ਜਣਿਆਂ ਦੇ ਇਕੱਠ 'ਚ ਵੀ ਮੈਂ ਸਟੇਜ 'ਤੇ ਖੜ੍ਹ ਕੇ ਬੋਲ ਲੈਂਦੀ ਹੁੰਦੀ ਸੀ, ਹੈ ਨਾ, ਅਤੇ ਉੱਥੇ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਮੈਂ ਦੁਕਾਨ 'ਤੇ ਜਾ ਕੇ ਵੀ ਪ੍ਰੋਪਰ ਕਿਸੇ ਨਾਲ ਗੱਲ ਨਹੀਂ ਕਰ ਸਕਦੀ, ਹੈ ਨਾ। ਅਤੇ ਜਦੋਂ ਮੈਂ ਜੋਬ ਸ਼ੁਰੂ ਕੀਤੀ, ਇਹ ਚੀਜ਼ਾਂ ਥੋੜ੍ਹੀਆਂ ਚੇਂਜ ਹੋਈਆਂ। ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਨੂੰ ਪਹਿਲੀ ਵਾਰ ਇਹ ਨਹੀਂ ਸੀ ਪਤਾ ਕਿ ਪਟਿਆਲੇ ਤੋਂ ਮੋਹਾਲੀ ਤੱਕ ਦਾ ਕਿਰਾਇਆ ਕਿੰਨਾ ਲੱਗਦਾ, ਹੈ ਨਾ, ਅਤੇ ਉਹ ਚੀਜ਼ ਮੇਰੇ ਲਈ ਕਿੰਨੀ ਨਵੀਂ ਸੀਗੀ ਕਿ ਮੈਨੂੰ ਲੱਗਿਆ ਸੀ ਮੈਂ ਤਾਂ 10 ਸਾਲ ਦੁਨੀਆ 'ਚੋਂ ਐਬਸੈਂਟ ਰਹੀ, ਹੈ ਨਾ। ਅਤੇ ਜਦੋਂ ਤੁਸੀਂ ਜੋਬ ਕਰਦੇ ਹੋ, ਇੱਕ ਤਾਂ ਤੁਹਾਨੂੰ ਇਹ ਸਕੂਨ ਆਉਂਦਾ ਕਿ ਹਾਂ ਤੁਸੀਂ ਥੋੜ੍ਹੇ ਜਿਹੇ ਡਿਸੀਜ਼ਨ ਆਪਣੇ ਲੈਣੇ ਸ਼ੁਰੂ ਕਰਦੇ ਹੋ, ਹੈ ਨਾ, ਵੀ ਆਪਣੀ ਮਰਜ਼ੀ ਨਾਲ ਕੁਛ ਚੀਜ਼ਾਂ ਤੁਸੀਂ ਕਰਦੇ ਹੋ। ਦੂਜੀ ਚੀਜ਼ ਮੈਨੂੰ ਲੱਗਦਾ ਜਿਹੜੇ ਤੁਹਾਡੇ ਆਪਣੇ ਪੈਸੇ ਆਉਣੇ ਸ਼ੁਰੂ ਹੁੰਦੇ ਆ ਨਾ ਤੁਹਾਡੇ ਕੋਲ, ਉਹ ਤੁਹਾਨੂੰ ਇਹ ਦਿਖਾਉਂਦੇ ਨੇ ਵੀ ਤੂੰ ਮਤਲਬ ਨਿਕੰਮਾ ਬੰਦਾ ਨਹੀਂ ਹੈਗਾ, ਹੈ ਨਾ। ਤੂੰ ਅੱਜ ਵੀ ਜੇ ਇੰਨੇ 10 ਸਾਲ ਬਾਅਦ ਵੀ ਕੁਛ ਸ਼ੁਰੂ ਕੀਤਾ, ਜੇ ਦੁਨੀਆ ਨੇ ਤੈਨੂੰ ਉਸ ਚੀਜ਼ 'ਚ ਕਾਊਂਟ ਕੀਤਾ, ਤਾਂ ਇਹਦਾ ਮਤਲਬ ਸੱਚੀ ਤੇਰੇ 'ਚ ਕੋਈ ਮਤਲਬ ਕੁਆਲਿਟੀ ਹੈਗੀ ਆ, ਤੂੰ ਡਿਜ਼ਰਵ ਕਰਦਾ ਉਹ ਚੀਜ਼ ਨੂੰ। ਗੁਰਦੀਪ, ਦੂਜੀ ਚੀਜ਼ ਮੈਨੂੰ ਇਹ ਲੱਗਦੀ ਹੈ ਵੀ ਤੁਸੀਂ ਜਿੰਨੇ ਮਰਜ਼ੀ ਖੁਸ਼ ਹੋਵੋ ਆਪਦੇ ਘਰੇ, ਹੈ ਨਾ, ਤੁਹਾਡੇ ਕੋਲ ਸਭ ਕੁਛ ਹੋਵੇ, ਪਰ ਫਿਰ ਵੀ ਮੈਨੂੰ ਇਹ ਲੱਗਦਾ ਕਿ ਘਰ ਵੀ ਤੁਹਾਨੂੰ ਡਿਪਰੈਸ਼ਨ ਦਿੰਦਾ। ਮਤਲਬ ਤੁਸੀਂ ਇੱਕ ਹਾਊਸਵਾਈਫ ਕੋਲ ਕਿੰਨਾ ਕੁ ਬਾਹਰ ਜਾਣ ਦਾ ਮੌਕਾ ਹੁੰਦਾ, ਹੈ ਨਾ। ਵੱਧ ਤੋਂ ਵੱਧ ਤੁਸੀਂ ਸਬਜ਼ੀ ਖਰੀਦਣ ਚਲੇ ਜਾਓਗੇ, ਮਹੀਨੇ ਬਾਅਦ ਤੁਸੀਂ ਬਾਜ਼ਾਰ ਚਲੇ ਜਾਓਗੇ, ਕੋਈ ਬੱਚਿਆਂ ਦੀ ਖਰੀਦਦਾਰੀ ਕਰਨ ਚਲੇ ਜਾਓਗੇ। ਇਸ ਤੋਂ ਇਲਾਵਾ ਨਾ ਤੁਸੀਂ ਘਰ ਦੀ 4 ਦੀਵਾਰੀ ਦੇਖਦੇ ਰਹਿੰਦੇ ਹੋ ਸਾਰਾ ਦਿਨ, ਹੈ ਨਾ, ਅਤੇ ਤੁਸੀਂ ਘਰੋਂ ਬਾਹਰ ਗਏ ਲੋਕਾਂ ਨੂੰ ਨਾ ਸੱਚੀ ਮਤਲਬ ਤੰਗ ਕਰ ਦਿੰਦੇ ਹੋ। ਤੰਗ ਇਸ ਤਰੀਕੇ ਨਾਲ ਕਰ ਦਿੰਦੇ ਹੋ ਵੀ ਫੋਨ ਕਰਕੇ ਵੀ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਜੇ 5 ਵਜੇ ਕਿਸੇ ਨੂੰ ਛੁੱਟੀ ਹੋਈ ਆ ਤਾਂ ਉਹ ਜ਼ਰੂਰੀ ਨਹੀਂ ਵੀ 5:30 ਹੀ ਘਰੇ ਆ ਜਾਓ, ਉਹਨੂੰ 7 ਵੀ ਵੱਜ ਸਕਦੇ ਨੇ, ਜਾਂ ਉਹ ਕਦੀ ਆਪਦੇ ਕੰਮ 'ਤੇ ਲੇਟ ਵੀ ਹੋ ਸਕਦਾ। ਅਤੇ ਤੁਸੀਂ ਉਹਨੂੰ ਮਤਲਬ ਐ ਪੂਰੀ ਪਾਬੰਦੀ 'ਚ ਲੈ ਆਉਂਦੇ ਆ ਵੀ ਨਹੀਂ, ਜੇ 5 ਵਜੇ ਤੈਨੂੰ ਛੁੱਟੀ ਹੋਈ ਆ ਤਾਂ ਤੂੰ 5:15 ਹੀ ਆਏਂਗਾ, ਹੈ ਨਾ। ਅਤੇ ਉਹ ਚੀਜ਼ਾਂ ਮੇਰੇ ਨਾਲ ਹੋਈਆਂ ਨੇ। ਮੈਨੂੰ ਲੱਗਦਾ ਹੁੰਦਾ ਸੀ ਮੈਂ ਘਰੇ ਸਾਰਾ ਦਿਨ ਇਕੱਲੀ ਕੀ ਕਰਾਂ, ਹੈ ਨਾ। ਫਿਰ ਤੁਸੀਂ ਮੈਨੂੰ ਐਂ ਲੱਗਦਾ ਵੀ ਸ਼ਾਇਦ ਇਹ ਸੁਣਨ ਨੂੰ ਅਜੀਬ ਲੱਗੂ, ਫਿਰ ਤੁਸੀਂ ਚੁਗਲਬਾਜ਼ ਵੀ ਹੋ ਜਾਂਦੇ ਹੋ ਨਾ। ਤੁਸੀਂ ਫੋਨ ਤੇ ਕਿਸੇ ਨੂੰ ਫੋਨ ਲਾ ਲਿਆ, ਕਦੇ ਕਿਸੇ ਨੂੰ, ਸਹੀ ਗੱਲ ਆ, ਵੀ ਤੁਸੀਂ ਲੱਭਦੇ ਰਹਿੰਦੇ ਹੋ ਕਿ ਮੈਂ ਹੁਣ ਕਿਹਨੂੰ ਫੋਨ ਕਰਾਂ, ਕਿਹਦੇ ਨਾਲ ਗੱਲ ਕਰਾਂ, ਕਿਹਦੇ ਨਾਲ ਮੈਂ ਟਾਈਮ ਪਾਸ ਕਰਾਂ, ਹੈ ਨਾ। ਅਤੇ ਸਭ ਤੋਂ ਵੱਡੀ ਚੀਜ਼ ਮੈਨੂੰ ਇਹ ਲੱਗਦੀ ਕਿ ਜਦੋਂ ਕੁੜੀਆਂ ਬਾਹਰ ਨਿਕਲਦੀਆਂ ਨੇ, ਉਹ ਆਪਣੇ ਨਿਆਣਿਆਂ ਨੂੰ ਜ਼ਿਆਦਾ ਬਿਹਤਰੀ ਨਾਲ ਸਮਝਦੀਆਂ ਨੇ। ਤੁਹਾਨੂੰ ਪਤਾ ਲੱਗਦਾ ਕਿ ਜ਼ਮਾਨੇ 'ਚ ਕੀ ਵਾਪਰ ਰਿਹਾ, ਹੈ ਨਾ, ਲੋਕ ਕਿੰਨੇ ਐਡਵਾਂਸ ਹੋ ਰਹੇ ਨੇ। ਮੈਨੂੰ ਲੱਗਦਾ ਕਿ ਘਰੇ ਰਹਿ ਕੇ ਤੁਹਾਡੀ ਸੋਚ ਉੱਥੇ ਤੱਕ ਹੀ ਰਹਿ ਜਾਂਦੀ ਹੈ ਜਿੱਥੇ ਮੈਨੂੰ ਲੱਗਿਆ ਸੀ ਕਿ ਕਾਲਜ ਜਦੋਂ ਮੈਂ ਛੱਡਿਆ, ਜਦੋਂ ਮੇਰਾ ਵਿਆਹ ਹੋਇਆ, ਜਦੋਂ ਮੈਂ ਉਸ ਤੋਂ 10 ਸਾਲ ਬਾਅਦ ਜੋਬ ਲਈ ਪਹਿਲੀ ਵਾਰ ਨਿਕਲੀ, ਮੇਰੀ ਸੋਚ ਉਹੀ ਸੀਗੀ। ਮਤਲਬ ਮੇਰੇ 'ਚ ਕੋਈ ਬਦਲਾਅ ਨਹੀਂ ਸੀ। ਮੈਨੂੰ ਇੱਥੋਂ ਤੱਕ ਵੀ ਜੇ ਮੈਨੂੰ ਰਾਤ ਦੇ 12 ਵਜੇ ਵੀ ਕੋਈ ਕਹਿੰਦਾ ਸੀ ਨਾ ਵੀ ਉੱਠ ਕੇ ਰੋਟੀ ਬਣਾ ਦੇ, ਮੈਨੂੰ ਨਾ ਕਹਿਣੀ ਨਹੀਂ ਸੀ ਆਉਂਦੀ। ਮੈਨੂੰ ਮਤਲਬ ਇਹ ਕਹਿਣਾ ਨਹੀਂ ਸੀ ਆਉਂਦਾ ਵੀ ਨਹੀਂ ਮੈਂ ਥੱਕੀ ਹੋਈ ਹਾਂ, ਮੈਂ ਨਹੀਂ ਕਰੂੰਗੀ, ਕਿਉਂਕਿ ਤੁਹਾਨੂੰ ਨਾ ਇੱਕ ਗਿਲਟ ਰਹਿੰਦੀ ਆ ਵੀ ਯਾਰ ਮੈਂ ਤਾਂ ਘਰੇ ਹੀ ਹਾਂ ਸਾਰਾ ਦਿਨ, ਮੈਂ ਇਹਨਾਂ ਨੂੰ ਕਿਵੇਂ ਨਾ ਕਹਿ ਦੇਵਾਂ, ਹੈ ਨਾ। ਅਤੇ ਇਹ ਚੀਜ਼ਾਂ ਮੇਰੇ 'ਚ ਸੱਚੀ ਬਦਲੀਆਂ। ਆਪਾਂ ਨੇ ਰੀਸੈਂਟ ਡਾਕਟਰ ਅਮਰਵੀਰ ਹੁਣਾਂ ਦੇ ਨਾਲ ਇੱਕ ਇੰਟਰਵਿਊ ਕੀਤੀ ਹੈ ਐਂਗਜ਼ਾਇਟੀ ਅਤੇ ਡਿਪਰੈਸ਼ਨ 'ਤੇ। ਉੱਥੇ ਮੈਂ ਉਹਨਾਂ ਨੇ ਇੱਕ ਸਵਾਲ ਕੀਤਾ ਸੀ। ਉਹਨਾਂ ਦੀ ਇੰਟਰਵਿਊ ਕਰਨ ਤੋਂ ਪਹਿਲਾਂ ਮੈਂ ਇੱਕ ਰਿਪੋਰਟ ਪੜ੍ਹ ਰਹੀ ਸੀ ਜਿਹਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਪੰਜਾਬ ਦੇ ਪੇਂਡੂ ਤਬਕੇ ਦੀ ਉਹ ਰਿਪੋਰਟ ਸੀਗੀ ਵੀ ਉੱਥੇ 63% ਔਰਤਾਂ ਅਤੇ 25% ਮਰਦ ਨੇ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਨੇ, ਹੈ ਨਾ।
ਮੈਨੂੰ ਉਹਨੂੰ ਪੁੱਛਿਆ ਸੀਗਾ ਕਿ ਹਮੇਸ਼ਾ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਵਿੱਚ ਤਣਾਅ ਜ਼ਿਆਦਾ ਕਿਉਂ ਹੁੰਦਾ, ਖਾਸ ਤੌਰ 'ਤੇ ਅਸੀਂ ਪਿੰਡਾਂ ਦੀ ਗੱਲ ਕਰ ਰਹੇ ਸੀਗੇ। ਉਹ ਕਹਿੰਦੇ ਕਿਉਂਕਿ ਉਹਨਾਂ ਔਰਤਾਂ ਕੋਲੇ ਐਕਸਪੋਜ਼ਰ ਨਹੀਂ ਹੁੰਦਾ ਹੈਗਾ, ਹੈ ਨਾ। ਕਹਿੰਦੇ ਹੁਣ ਮੰਨ ਲਓ ਵੀ ਬੰਦੇ ਘਰ ਤੋਂ ਬਾਹਰ ਖੇਤਾਂ ਦੇ ਵਿੱਚ ਆਪਣੇ ਕੰਮ ਲਈ ਜਾਂਦੇ ਨੇ, ਜਾਂ ਬਹੁਤੇ ਬੰਦੇ ਨੇ ਉਹ ਨੌਕਰੀਆਂ ਦੇ ਉੱਪਰ ਜਾਂਦੇ ਨੇ। ਕਹਿੰਦੇ ਉਹ ਘਰ ਦੀ ਚਾਰ ਦੀਵਾਰੀ ਤੋਂ ਘਰ ਦੇ ਸਾਰੇ ਉਹ ਜਿਵੇਂ ਤੁਸੀਂ ਕਿਹਾ ਵੀ ਘਰੇ ਕਈ ਵਾਰ ਮਾਹੌਲ ਕਿਵੇਂ ਦਾ ਹੁੰਦਾ, ਕਈ ਵਾਰ ਕਿਵੇਂ ਦਾ ਹੁੰਦਾ ਆ। ਤੇ ਉਹ ਕਹਿੰਦੇ ਉਹ ਸਾਰੇ ਮਾਹੌਲ 'ਚੋਂ ਬਾਹਰ ਨਿਕਲ ਜਾਂਦੇ ਨੇਗੇ। ਬਾਹਰ ਨਿਕਲ ਕੇ ਉਹ ਜੇ ਖੇਤਾਂ 'ਚ ਕੰਮ ਕਰ ਰਹੇ ਨੇ, ਕੁਦਰਤ ਦੇ ਨੇੜੇ ਰਹਿਣਾ ਤਾਂ ਕਹਿੰਦੇ ਤੁਹਾਨੂੰ ਵੈਸੇ ਹੀ ਤਣਾਅ ਤੋਂ ਮੁਕਤ ਕਰ ਦਿੰਦਾ ਆ, ਹੈ ਨਾ। ਖੇਤ ਪਹੁੰਚ ਕੇ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਦਿਮਾਗ ਵੀ ਨਾਲ ਦੀ ਨਾਲ ਕੰਮ ਕਰ ਰਿਹਾ ਹੁੰਦਾ ਵਾ, ਅਤੇ ਉਹਦੇ ਵਿੱਚ ਵਾਧੂ ਕੋਈ ਸੋਚ ਆਉਣੀ, ਕੋਈ ਥਾਟ ਆਉਣਾ, ਹੈ ਨਾ, ਉਹ ਬਿਲਕੁਲ ਖਤਮ ਹੋ ਜਾਂਦਾ ਆ। ਜੇ ਤੁਸੀਂ ਨੌਕਰੀ 'ਤੇ ਜਾ ਰਹੇ ਹੋ, ਉੱਥੇ ਵੀ ਤੁਸੀਂ ਦਿਨ 'ਚ 50 ਤੋਂ 100 ਬੰਦਿਆਂ ਨੂੰ ਮਿਲਦੇ ਹੋ, ਹੈ ਨਾ, ਜਾਂ 20-25 ਬੰਦਿਆਂ ਨੂੰ ਵੀ ਜੇ ਤੁਸੀਂ ਮਿਲਦੇ ਹੋ, ਕਿਸੇ ਤੋਂ ਤੁਸੀਂ ਕਿਵੇਂ ਦੀ ਕੋਈ ਗੱਲ ਸੁਣਦੇ ਹੋ, ਕਿਸੇ ਨੂੰ ਤੁਸੀਂ ਆਪਣੇ ਦਿਲ ਦੀ ਕੋਈ ਗੱਲ ਕਹਿੰਦੇ ਹੋ, ਕਹਿੰਦੇ ਉਹ ਤੁਹਾਡੇ ਦਿਮਾਗ 'ਚੋਂ ਨਾ ਉਹ ਤਣਾਅ ਸਾਰਾ ਖਤਮ ਹੋ ਜਾਂਦਾ। ਹੁਣ ਤਾਂ ਕਹਿੰਦੇ ਚਲੋ ਬਹੁਤ ਆਪਣੀਆਂ ਕੁੜੀਆਂ ਨੇ ਪੜ੍ਹ ਲਿਖ ਕੇ ਉਹ ਨੌਕਰੀ ਕਰਦੀਆਂ ਨੇ, ਜਾਂ ਉਹਨਾਂ ਕੋਲ ਵੀ ਐਕਸਪੋਜ਼ਰ ਹੈਗਾ ਵੀ ਉਹ ਘਰ ਤੋਂ ਬਾਹਰ ਕਿਸੇ ਹੋਰ ਮਾਹੌਲ, ਘਰ ਦੇ ਮਾਹੌਲ ਤੋਂ ਨਿਕਲ ਕੇ ਕਿਸੇ ਹੋਰ ਮਾਹੌਲ 'ਚ ਜਾਂਦੀਆਂ ਨੇ, ਨਾ। ਪਰ ਕਹਿੰਦੇ ਵੀ ਪਹਿਲਾਂ ਵੀ ਤਾਂ ਹੁਣ ਵੀ ਬਹੁਤ ਘਰਾਂ ਦੇ ਵਿੱਚ ਇੱਦਾਂ ਦਾ ਹੈਗਾ ਵੀ ਜਿੱਥੇ ਔਰਤਾਂ ਘਰ ਤੋਂ ਬਾਹਰ ਨਹੀਂ ਨਿਕਲਦੀਆਂ ਹੈਗੀਆਂ। ਇਸ ਕਰਕੇ ਕਹਿੰਦੇ ਉਹ ਸਾਰਾ ਦਿਨ ਉਸੇ ਮਾਹੌਲ 'ਚ ਹੀ ਰਹਿੰਦੀਆਂ ਨੇ, ਤਾਂ ਡਿਪਰੈਸ਼ਨ ਉਹਨਾਂ ਦੇ ਵਿੱਚ ਜ਼ਿਆਦਾ ਵਾ। ਸੋ ਇੱਕ ਮਾਹੌਲ 'ਚੋਂ ਬਾਹਰ ਨਿਕਲਣਾ ਵੀ ਕਹਿੰਦੇ ਬੇਹੱਦ ਜ਼ਰੂਰੀ ਹੁੰਦਾ, ਤੁਹਾਡੀ ਸਰੀਰਕ ਨਹੀਂ, ਤੁਹਾਡੀ ਮਾਨਸਿਕ ਸਿਹਤ ਦੇ ਲਈ ਇਹ ਤੁਹਾਡੀ ਲੋੜ ਬਣ ਜਾਂਦੀ ਆ, ਹੈ ਨਾ। ਅਤੇ ਦੂਜੇ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਪੜ੍ਹਦੇ ਹਾਂ, ਲਿਖਦੇ ਹਾਂ, ਹੈ ਨਾ। ਜਦੋਂ ਆਪਾਂ ਪੜ੍ਹਦੇ ਲਿਖਦੇ ਹੁੰਦੇ ਸੀਗੇ, ਆਪਾਂ ਨੂੰ ਇਹ ਹੁੰਦਾ ਸੀਗਾ ਕਿ ਮੈਂ ਜ਼ਿੰਦਗੀ 'ਚ ਕੁਛ ਬਣਨਾ, ਹੈ ਨਾ। ਆਪਣੇ ਤੋਂ ਜਿਹੜੇ ਵੱਡੇ ਭੈਣ ਭਰਾ, ਜਿਵੇਂ ਮੇਰੇ ਭੂਆ ਦੀਆਂ ਕੁੜੀਆਂ ਡਾਕਟਰ ਨੇ, ਹੈ ਨਾ, ਸਾਨੂੰ ਉਹਨਾਂ ਨੂੰ ਦੇਖ ਕੇ ਹੁੰਦਾ ਸੀਗਾ ਵੀ ਨਹੀਂ ਉਹ ਡਾਕਟਰ ਬਣ ਗਈਆਂ ਨੇ, ਹੈ ਨਾ, ਜਾਂ ਕੋਈ ਮੈਨੇਜਮੈਂਟ ਦੇ ਵਿੱਚ ਗਈ ਆ, ਉਹ ਵਧੀਆ ਨੌਕਰੀ 'ਤੇ ਨੇ, ਅਸੀਂ ਵੀ ਉਹਨਾਂ ਵਾਂਗ ਬਣਨਾ। ਜਾਂ ਸਾਡਾ ਕੋਈ ਚਾਚਾ ਤਾਇਆ ਵਧੀਆ ਕਿਸੇ ਪੋਸਟ 'ਤੇ, ਉਹਨਾਂ ਨੂੰ ਦੇਖ ਕੇ ਹੁੰਦਾ ਸੀਗਾ ਵੀ ਅਸੀਂ ਵੀ ਇੱਕ ਦਿਨ ਕਿਸੇ ਇੱਕ ਚੇਅਰ 'ਤੇ ਬੈਠਾਂਗੇ ਜਾ ਕੇ, ਹੈ ਨਾ। ਉਦੋਂ ਕੋਈ ਬੰਦਾ ਨਹੀਂ ਇਹ ਸੋਚਦਾ ਹੈਗਾ ਕਿ ਮੈਂ ਸਿਰਫ ਪੈਸੇ ਕਮਾਉਣ ਲਈ ਹੀ ਨੌਕਰੀ ਕਰਨੀ ਆ। ਬੰਦਾ ਆਪਣੇ ਸੁਪਨਿਆਂ ਨੂੰ ਸੋਚ ਕੇ ਨੌਕਰੀ ਕਰਨ ਬਾਰੇ ਸੋਚਦਾ ਆ, ਹੈ ਨਾ। ਹਰਭਜਨ ਕੌਰ ਉਹਨਾਂ ਨੂੰ ਆਪਾਂ ਇੰਟਰਵਿਊ ਕੀਤਾ ਸੀਗਾ, ਉਹ ਕਹਿੰਦੇ ਕਿ ਮੈਂ ਜਦੋਂ ਹੁਣ ਦੇਖ ਲਓ 90 ਸਾਲ ਦੀ ਉਮਰ 'ਚ ਜਾ ਕੇ ਉਹਨਾਂ ਦਾ ਕੰਮ ਸ਼ੁਰੂ ਕਰਨ ਦਾ ਰੀਜ਼ਨ ਕੀ ਬਣਿਆ ਵੀ ਉਹ ਕਹਿੰਦੇ ਵੀ ਮੈਨੂੰ ਇਹੀ ਪਛਤਾਵਾ ਵਾ ਵੀ ਸਾਰੀ ਜ਼ਿੰਦਗੀ ਮੈਨੂੰ ਘਾਟ ਕਹਿੰਦੇ ਕਿਸੇ ਚੀਜ਼ ਦੀ ਨਹੀਂ ਰਹੀ, ਪਰ ਮੈਂ ਆਪਣੀ ਮਿਹਨਤ ਦਾ 1 ਰੁਪਈਆ ਤੱਕ ਨਹੀਂ ਕਮਾਇਆ ਹੈਗਾ। ਕਹਿੰਦੇ ਇਹ ਮੈਨੂੰ ਆਪਦੇ ਆਪ ਨੂੰ ਗਿਲਟ ਲੱਗਦੀ ਆ ਵੀ ਮੈਂ ਆਪਦੇ ਆਪ ਲਈ ਕੁਛ ਨਹੀਂ ਕੀਤਾ ਹੈਗਾ, ਹੈ ਨਾ। ਇਸ ਕਰਕੇ 90 ਸਾਲ ਦੀ ਉਮਰ 'ਚ ਜਾ ਕੇ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਆਪਣੇ ਲਈ ਪੂਰੀ ਜ਼ਿੰਦਗੀ ਗੁਜ਼ਾਰ ਲਈ, ਮੈਂ ਆਪਣੇ ਲਈ ਕੁਛ ਨਹੀਂ ਕੀਤਾ, ਆਪਣੀ ਮਿਹਨਤ ਦਾ ਮੈਂ 1 ਰੁਪਈਆ ਨਹੀਂ ਕਮਾਇਆ, ਅਤੇ ਮੈਂ ਸਾਰੀ ਉਮਰ ਆਪਦੇ ਪਰਿਵਾਰ ਦੇ ਪੈਸਿਆਂ ਦੇ ਉੱਪਰ ਆਪਣੀਆਂ ਲੋੜਾਂ ਪੂਰੀਆਂ ਕਰਦੀ ਗਈ, ਆਪਣੇ ਸ਼ੌਂਕ ਪੂਰੇ ਕਰਦੀ ਆਈ, ਹੈ ਨਾ। ਸੋ ਆਪਣੇ ਵਿੱਚ ਦੀ ਇਹ ਵੀ ਭੈਣੇ ਚਰਚਾ ਚੱਲਦੀ ਹੁੰਦੀ ਹੈ ਕਿ ਨਹੀਂ ਇਹ ਜਿਹੜਾ ਨਾ ਇੰਡੀਪੈਂਡੈਂਟ ਹੋਣ ਵਾਲਾ ਥਾਟ ਆ ਆਪਣੀਆਂ ਔਰਤਾਂ ਦੇ ਮਨਾਂ 'ਚ ਪਾਇਆ ਗਿਆ ਵੀ ਸਾਨੂੰ ਬੇਵਕੂਫ ਬਣਾਇਆ ਗਿਆ। ਸਗੋਂ ਤੇ ਇੰਡੀਪੈਂਡੈਂਸੀ ਉਹ ਸੀਗੀ ਵੀ ਅਸੀਂ ਘਰੇ ਰਹਿੰਦੇ ਸੀ, ਆਪਦੀ ਮਰਜ਼ੀ ਨਾਲ ਉੱਠਦੇ ਸੀ, ਮਰਜ਼ੀ ਨਾਲ ਖਾਂਦੇ ਸੀ, ਮਰਜ਼ੀ ਨਾਲ ਕਿਤੇ ਚਲੇ ਜਾਂਦੇ ਸੀਗੇ, ਹੈ ਨਾ। ਪਰ ਜਦੋਂ ਸੱਚੀ ਤੁਸੀਂ ਆਪਣੀਆਂ ਮਾਵਾਂ ਨਾਲ ਗੱਲ ਕਰਦੇ ਹੋ, ਉਹ ਕਹਿੰਦੇ ਨਹੀਂ ਤੁਹਾਡੀ ਜ਼ਿੰਦਗੀ ਬਿਹਤਰ ਆ। ਕਹਿੰਦੇ ਸਾਡੀ ਸਾਰੀ ਜ਼ਿੰਦਗੀ ਇੱਥੇ ਚੁੱਲ੍ਹੇ ਚੌਂਕਿਆਂ 'ਚ ਹੀ ਨਿਕਲ ਗਈ, ਸਾਡੀ ਸਾਰੀ ਜ਼ਿੰਦਗੀ ਇੱਥੇ ਗੋਹੇ ਮਿੱਧਦਿਆਂ ਦੀ ਉਹ ਲੰਘ ਗਈ, ਹੈ ਨਾ। ਨਹੀਂ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਜ਼ਿੰਦਗੀ ਬਿਹਤਰ ਆ। ਜਦੋਂ ਅਨੰਤ ਹੋਈ ਅਤੇ ਮੇਰੀ ਮੰਮੀ ਨੇ ਮੈਨੂੰ ਕਿਹਾ ਵੀ ਤੂੰ ਬਹੁਤ ਛੇਤੀ ਜੋਬ ਸ਼ੁਰੂ ਕਰ ਲਈ ਦੁਬਾਰਾ ਤੋਂ, ਹੈ ਨਾ। ਅਤੇ ਉਸ ਤੋਂ ਬਾਅਦ ਜਿਵੇਂ ਚਲੋ ਜੋਬ ਸ਼ੁਰੂ ਹੋ ਗਈ, ਅਤੇ ਕੁਛ ਮਹੀਨਿਆਂ ਬਾਅਦ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੈਨੂੰ ਥੋੜ੍ਹਾ ਜਿਹਾ ਔਖਾ ਲੱਗਦਾ ਵਾ ਹੁਣ। ਅਤੇ ਮੰਮੀ ਕਹਿੰਦੇ ਹਾਂ ਔਖਾ ਤਾਂ ਹੈਗਾ ਵਾ ਵੀ, ਪਰ ਹੁਣ ਤੂੰ ਜੋਬ ਸ਼ੁਰੂ ਕਰ ਲਈ ਆ, ਵੀ ਕੋਈ ਗੱਲ ਨਹੀਂ, ਜਿਵੇਂ ਆਪਣੇ ਪਿੰਡਾਂ 'ਚ ਕਹਿੰਦੇ ਹੁੰਦੇ ਨੇ ਤੂੰ ਹੱਕੜੀ ਸੀ ਚੱਲੀ ਹੋ ਜਾਣੀ ਹੁੰਦੀ ਹੈ ਜ਼ਿੰਦਗੀ 'ਚ, ਹੈ ਨਾ। ਪਰ ਕਹਿੰਦੇ ਤੈਨੂੰ ਅੱਗੇ ਜਾ ਕੇ ਪਤਾ ਲੱਗੂਗਾ ਵੀ ਜਿਹੜੀ ਆਪਦੀ ਕਮਾਈ ਦਾ ਸੁੱਖ ਹੁੰਦਾ ਉਹ ਕਿੰਨਾ ਜ਼ਿਆਦਾ ਜ਼ਰੂਰੀ ਜਾਂ ਕਿੰਨਾ ਜ਼ਿਆਦਾ ਵਧੀਆ ਹੁੰਦਾ ਵਾ, ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਹੈਗਾ ਕਿ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਸਿਰਫ ਇਹ ਨਹੀਂ ਹੈਗਾ ਕਿ ਤੁਹਾਨੂੰ ਜ਼ਿੰਦਗੀ 'ਚ ਕੁਛ ਫੈਸਲੇ ਲੈਣ ਦਾ ਹੱਕ ਦੇ ਦਿੰਦਾ ਆ, ਪਰ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਪੜ੍ਹਦੇ ਹਾਂ ਉਦੋਂ ਅਸੀਂ ਇਹ ਨਹੀਂ ਕਹਿੰਦੇ ਕਿ ਮੈਂ ਜ਼ਿੰਦਗੀ 'ਚ ਜਾ ਕੇ ਇੰਨਾ ਪੈਸਾ ਕਮਾਉਣਾ ਵਾ ਇਸ ਕਰਕੇ ਮੈਂ ਪੜ੍ਹ ਰਹੀ ਹਾਂ। ਆਪਾਂ ਉਹਦੇ ਨਾਲ ਨਾਲ ਕੁਛ ਆਪਣੇ ਸੁਪਨੇ ਵੀ ਬੁਣਦੇ ਹਾਂ ਕਿ ਮੈਂ ਜ਼ਿੰਦਗੀ ਦੇ ਵਿੱਚ ਇੱਕ ਸਫਲ ਇਨਸਾਨ ਬਣਨਾ ਆ, ਜਾਂ ਮੈਂ ਜ਼ਿੰਦਗੀ ਦੇ ਵਿੱਚ ਕੋਈ ਮੁਕਾਮ ਹਾਸਲ ਕਰਨਾ ਆ, ਹੈ ਨਾ। ਬਹੁਤ ਸਾਰੇ ਤੁਹਾਡੀਆਂ ਇੱਛਾਵਾਂ, ਬਹੁਤ ਸਾਰੇ ਤੁਹਾਡੇ ਸੁਪਨੇ ਜੁੜ ਜਾਂਦੇ ਨੇ ਕਿ ਜਿਹਦੇ ਲਈ ਤੁਸੀਂ ਰਾਤ ਨੂੰ ਬਹਿ ਕੇ ਪੜ੍ਹਦੇ ਹੋ, ਕਿੰਨੀ ਮਿਹਨਤ ਕਰਦੇ ਹੋ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਹਾਂ ਨੌਕਰੀ ਕਰਨੀ ਜ਼ਰੂਰੀ ਆ। ਗੁਰਦੀਪ ਮੈਨੂੰ ਤਾਂ ਇਹ ਵੀ ਲੱਗਦਾ ਵੀ ਜਿਵੇਂ ਆਪਾਂ ਨਾ ਪਹਿਲਾਂ ਸਿਰਫ ਇੱਕ ਬਦਲਾਅ ਦੀ ਗੱਲ ਕਰਦੇ ਹੁੰਦੇ ਆ ਨਾ, ਵੀ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਘਰੇ ਰਹਿ ਕੇ ਤੁਹਾਨੂੰ ਡਿਪਰੈਸ਼ਨ ਹੋਣ ਲੱਗ ਜਾਂਦਾ ਨਾ, ਚਾਹੇ ਤੁਹਾਡੇ ਕੋਲ ਸਾਰਾ ਕੁਝ ਆ, ਤੁਸੀਂ ਆਪਣੇ ਆਪ ਨੂੰ
ਮਤਲਬ ਰੱਬ ਕਰੇ ਵੀ ਜੇ ਤੁਸੀਂ ਕੋਈ ਚੰਗੀ ਪੜ੍ਹਾਈ ਵੀ ਕੀਤੀ ਹੋਈ ਹੈ ਨਾ, ਤੁਸੀਂ ਆਪਣੇ ਆਪ ਨੂੰ ਕਦੀ ਸਮਝਾ ਨਹੀਂ ਸਕਦੇ ਵੀ ਨਹੀਂ ਮਤਲਬ ਜੇ ਮੇਰੇ ਕੋਲ ਸਾਰਾ ਕੁਛ ਆ ਤਾਂ ਮੈਨੂੰ ਘਰੇ ਖੁਸ਼ ਰਹਿਣਾ ਚਾਹੀਦਾ ਹੈ ਨਾ। ਬਹੁਤ ਬਦਲਾਅ ਆਉਂਦੇ ਆ ਤੁਹਾਡੀ ਜ਼ਿੰਦਗੀ 'ਚ। ਮਤਲਬ ਮੈਂ ਜਦੋਂ ਘਰੇ ਸੀ ਨਾ, ਮੈਂ ਆਪਾਂ ਹਮੇਸ਼ਾ ਰਿਐਲਿਟੀ ਬੇਸਡ ਗੱਲਾਂ ਕਰਦੇ ਆ ਹੈ ਨਾ, ਤਾਂ ਮੈਨੂੰ ਮਤਲਬ ਤੁਹਾਡੀ ਮਰਜ਼ੀ ਹੁੰਦੀ ਆ ਵੀ ਚਾਹੇ ਤੁਸੀਂ 10 ਵਜੇ ਨਹਾ ਲਓ, ਚਾਹੇ ਤੁਸੀਂ 5 ਵਜੇ ਨਹਾ ਲਓ, ਤੁਹਾਡੀ ਚੁਆਇਸ ਆ ਹੈ ਨਾ। ਤੁਸੀਂ ਸਿਰ ਵਾਹੁਣਾ ਵਾਹੋ, ਤੁਸੀਂ ਸਾਫ਼ ਕੱਪੜੇ ਪਾਉਣੇ ਆ ਪਾਓ, ਮਤਲਬ ਇਹ ਉਦੋਂ ਸਿਰਫ ਤੁਹਾਡੇ ਸ਼ੌਂਕ ਕਰਕੇ ਹੁੰਦਾ ਵੀ ਜੇ ਤੁਹਾਨੂੰ ਸ਼ੌਂਕ ਆ ਤਾਂ ਤੁਸੀਂ ਸਵੇਰੇ ਨਹਾ ਲਓਗੇ, ਤਿਆਰ ਹੋ ਜਾਓਗੇ, ਵਧੀਆ ਰਹੋਗੇ ਹੈ ਨਾ। ਪਰ ਜੇ ਤੁਹਾਨੂੰ ਸ਼ੌਂਕ ਨਹੀਂ ਹੈਗਾ ਤਾਂ ਮੈਂ ਤੁਹਾਨੂੰ ਸੱਚੀ ਕਹਿ ਰਹੀ ਹਾਂ ਵੀ ਉਦੋਂ ਵੀ ਤੁਸੀਂ ਆਪਣੀ ਉਮਰ ਦੇ ਲੋਕਾਂ ਨਾਲੋਂ 10 ਸਾਲ ਬੁੱਢੇ ਲੱਗਣ ਲੱਗ ਜਾਂਦੇ ਹੋ ਨਾ। ਸਹੀ ਗੱਲ ਹੈ, ਕਿਉਂਕਿ ਤੁਹਾਨੂੰ ਹੁੰਦਾ ਹੀ ਨਹੀਂ ਵੀ ਮੈਂ ਕਿਤੇ ਤਿਆਰ ਹੋ ਕੇ ਜਾਣਾ। ਜਦੋਂ ਤੁਸੀਂ ਤਿਆਰ ਹੋ ਕੇ ਜਾਂਦੇ ਹੋ ਬਾਹਰ, ਕਿਸੇ ਨੂੰ ਤਿਆਰ ਹੋਏ ਨੂੰ ਮਿਲਦੇ ਹੋ, ਫਿਰ ਤੁਹਾਨੂੰ ਲੱਗਦਾ ਯਾਰ ਮੈਂ ਕੱਲ ਨੂੰ ਇਹਦੇ ਵਰਗਾ ਬਣ ਕੇ ਆਵਾਂ ਨਾ। ਇਕੱਲੇ ਤੁਹਾਡੀ ਸੋਚ 'ਚ ਨਹੀਂ, ਤੁਹਾਡੇ ਮਤਲਬ ਸਰੀਰ 'ਚ ਵੀ ਬਹੁਤ ਜ਼ਿਆਦਾ ਬਦਲਾਅ ਆਉਂਦਾ ਉਸ ਚੀਜ਼ ਨਾਲ ਹੈ ਨਾ। ਆਪਾਂ ਜਦੋਂ ਕਿਸੇ ਬਹੁਤ ਵਧੀਆ ਲੇਡੀ ਨੂੰ ਮਿਲਦੇ ਹਾਂ ਜਿਹੜੀ ਮਤਲਬ ਆਪਣੀ 50-60 ਸਾਲ ਦੀ ਉਮਰ 'ਚ ਵੀ ਆਪਾਂ ਨੂੰ ਲੱਗਦਾ ਹੁੰਦਾ ਵੀ ਯਾਰ ਉਹਦੀ ਸਕਿਨ ਬਹੁਤ ਵਧੀਆ, ਉਹਨੇ ਆਪਣੇ ਆਪ ਨੂੰ ਬਹੁਤ ਵਧੀਆ ਰੱਖਿਆ, ਆਪਾਂ ਸੋਚਦੇ ਹਾਂ ਜ਼ਰੂਰ ਜੌਬ ਕਰਦੀ ਹੋਊਗੀ ਹੈ ਨਾ। ਉਹਦੇ ਪਹਿਰਾਵੇ ਤੋਂ ਆਪਾਂ ਨੋਟਿਸ ਕਰਨ ਲੱਗ ਜਾਂਦੇ ਹਾਂ ਵੀ ਜ਼ਰੂਰ ਇਹ ਨੌਕਰੀ ਕਰਦੀ ਹੋਣੀ ਹੈ ਨਾ। ਮਤਲਬ ਨੌਕਰੀ ਤੁਹਾਨੂੰ ਇਸ ਇੱਕ ਚੀਜ਼ 'ਚ ਵੀ ਤਬਦੀਲ ਕਰਦੀ ਆ ਵੀ ਤੁਸੀਂ ਆਪਣੇ ਆਪ ਨੂੰ ਵੀ ਵਧੀਆ ਬਣਾ ਕੇ ਰੱਖਣਾ ਹੈ ਨਾ। ਆਪਾਂ ਕਹਿੰਦੇ ਨੇ ਘਰੇ ਯਾਰ ਕਿਹਨੇ ਆਉਣਾ, ਕਿਹਨੇ ਮੈਨੂੰ ਘਰੇ ਦੇਖਣਾ, ਉਹ ਜਿਵੇਂ obviously ਹੋ ਜਾਂਦੇ ਆਪਾਂ। ਬਿਲਕੁਲ ਜਿਵੇਂ ਮਤਲਬ ਇੱਕ 22-23 ਸਾਲ ਦੇ ਮੁੰਡੇ ਕੁੜੀਆਂ ਨੂੰ ਸ਼ੌਂਕ ਹੁੰਦਾ ਵੀ ਮੈਂ ਸੋਹਣਾ ਬਣ ਕੇ ਰਵਾਂ ਹੈ ਨਾ। ਜਦੋਂ ਵਿਆਹ ਹੋ ਜਾਂਦਾ ਫਿਰ ਅਗਲਾ ਕਹਿੰਦਾ ਹੁਣ ਕਿਹੜਾ ਕਿਸੇ ਨੇ ਪਸੰਦ ਕਰਨਾ। ਤੇ ਉਹੀ ਚੀਜ਼ ਆਪਣੇ ਨਾਲ ਘਰ ਤੇ ਘਰ ਤੋਂ ਬਾਹਰ ਜਾਣ ਦੌਰਾਨ ਹੁੰਦੀ ਆ ਹੈ ਨਾ। ਤੇ ਸਭ ਤੋਂ ਵੱਡੀ ਚੀਜ਼ ਆ ਨਾ ਗੁਰਦੀਪ, ਜਦੋਂ ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਜਿਵੇਂ ਮੇਰੇ ਕਈ ਪਰਿਵਾਰਾਂ 'ਚ ਇਹ ਚੀਜ਼ਾਂ ਹੋਈਆਂ ਨੇ ਹੈ ਨਾ, ਵੀ ਜਦੋਂ ਕਿਸੇ ਕੋਲ ਚੰਗਾ ਖਾਣ ਪੀਣ ਹੈ, ਚੰਗੀ ਜਾਇਦਾਦ ਹੈ, ਤਾਂ ਉਹਨੂੰ ਲੱਗਦਾ ਵੀ ਅਸੀਂ ਤਾਂ ਨੌਕਰੀ ਕਰਾਉਣੀ ਨਹੀਂ ਹੈ ਨਾ। ਅਤੇ ਉਹ ਕੁੜੀਆਂ ਨੂੰ ਬੜੀ ਛੋਟੀ ਉਮਰ 'ਚ ਵਿਆਹ ਦੇਣਗੇ ਵੀ ਬਸ ਅਸੀਂ ਗ੍ਰੈਜੂਏਸ਼ਨ ਕਰਾਉਣੀ ਆ, ਫਿਰ ਇੰਨਾ ਹੀ ਵਧੀਆ ਕੋਈ ਘਰ-ਬਾਰ ਦੇਖ ਕੇ ਤੈਨੂੰ ਵਿਆਹ ਦਾਂਗੇ ਹੈ ਨਾ। ਸਹੁਰਿਆਂ ਨੇ ਕਹਿਤਾ ਵੀ ਅਸੀਂ ਵੀ ਜੋਬ ਨਹੀਂ ਕਰਾਉਣੀ ਹੈ ਨਾ। ਬਹੁਤ ਵਧੀਆ ਗੱਲ ਹੈ ਕਿ ਜੇ ਤੁਹਾਡੇ ਕੋਲ ਇੰਨਾ ਕੁਛ ਹੈ, ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਸਕੂਨ 'ਚ ਰੱਖ ਸਕਦੇ ਹੋ ਵੀ ਹਾਂ ਭਾਈ ਤੈਨੂੰ ਘਰ ਸੰਭਾਲਣ ਨਾਲ, ਤੈਨੂੰ ਬਾਹਰ ਕੰਮ ਕਰਨ ਤੇ ਫਿਰ ਤੂੰ ਆਪਣੇ ਬੱਚਿਆਂ ਨੂੰ ਵੀ ਸੰਭਾਲੇ, ਇੰਨਾ ਜ਼ਿਆਦਾ ਤੈਨੂੰ ਸਟ੍ਰੈਸ ਲੈਣ ਦੀ ਜ਼ਰੂਰਤ ਨਹੀਂ ਹੈ ਨਾ। ਪਰ ਮੈਂ ਸੱਚੀ ਕਹਿੰਦੀ ਹਾਂ ਵੀ ਤੁਸੀਂ ਜਿੰਨੇ ਵੱਡੇ ਮਰਜ਼ੀ ਘਰ 'ਚ ਵਿਆਹੇ ਹੋਵੋ ਹੈ ਨਾ, ਜਦੋਂ ਤੱਕ ਤੁਹਾਡੀ ਹੈਸੀਅਤ ਇਹ ਨਹੀਂ ਨਾ ਹੈਗੀ ਵੀ ਹਾਂ ਤੁਹਾਨੂੰ ਲੱਗਦਾ ਕਿ ਤੁਸੀਂ ਘਰ ਦੇ ਖਰਚਿਆਂ 'ਚ ਪਾਰਟੀਸਪੇਟ ਕਰ ਰਹੇ ਹੋ, ਤੁਸੀਂ ਬਾਹਰੋਂ ਕੁਛ ਕਮਾ ਕੇ ਲਿਆ ਰਹੇ ਹੋ ਜਿਹੜਾ ਤੁਹਾਨੂੰ ਲੱਗਦਾ ਕਿ ਮਤਲਬ ਮੈਂ ਵੀ ਹੱਕ ਨਾਲ ਕਹਿ ਸਕਦੀ ਹਾਂ ਵੀ ਆਹ ਕੰਮ ਮੈਂ ਕਰਦੀ ਪਈ ਹਾਂ ਹੈ ਨਾ, ਤਾਂ ਤੁਹਾਡੀ ਕੋਈ ਹੈਸੀਅਤ ਨਹੀਂ ਹੁੰਦੀ। ਉੱਦਾਂ ਬਾਹਰੋਂ ਦਿਖਾਉਣ ਨੂੰ ਕੋਈ ਤੁਹਾਨੂੰ ਜਿੰਨਾ ਮਰਜ਼ੀ ਕਹਿ ਦੇਵੇ ਵੀ ਹਾਂ ਨਹੀਂ ਅਸੀਂ ਤਾਂ ਮਤਲਬ ਨੂੰਹਾਂ ਨੂੰ ਧੀਆਂ ਵਾਂਗੂ ਰੱਖਦੇ ਹਾਂ, ਜਾਂ ਅਸੀਂ ਤਾਂ ਕੁੜੀਆਂ ਨੂੰ ਮੁੰਡਿਆਂ ਤਰ੍ਹਾਂ ਪਾਲਿਆ ਹੈ ਨਾ। ਜਦੋਂ ਪਹਿਲੀ ਗੱਲ ਤੁਸੀਂ ਆਪਣੀ ਧੀ ਨੂੰ ਕਹਿ ਰਹੇ ਹੋ ਕਿ ਤੂੰ ਮਤਲਬ ਤੂੰ ਇੱਕ, ਆਪਾਂ ਇਕੱਲੀ ਨੌਕਰੀ ਦੀ ਗੱਲ ਨਹੀਂ ਕਰਦੇ, ਉਹ ਕੋਈ ਕਿੱਤਾ ਵੀ ਕਰਨਾ ਚਾਹੁੰਦੀ, ਅਸੀਂ ਕਹਿੰਦੇ ਨਹੀਂ ਕੁਛ ਨਾ ਕਰ, ਸਾਡੇ ਘਰਾਂ 'ਚ ਲੋੜ ਨਹੀਂ ਹੈ ਨਾ। ਤੇ ਸਹੁਰੇ ਕਹਿ ਦਿੰਦੇ ਆ ਸਾਡੇ ਘਰਾਂ 'ਚ ਜ਼ਰੂਰਤ ਨਹੀਂ। ਮੈਨੂੰ ਲੱਗਦਾ ਤੁਹਾਨੂੰ ਜ਼ਿੰਦਗੀ 'ਚ ਮਿਲਦਾ ਸਭ ਕੁਛ ਆ, ਪਰ ਜਿਹੜੀ ਤੁਹਾਡੀ ਜ਼ੁਬਾਨ ਹੁੰਦੀ ਆ ਨਾ ਉਹ ਤੁਹਾਨੂੰ ਆਮ ਨਾਲੋਂ ਛੋਟੀ ਰੱਖਣੀ ਪੈਂਦੀ ਆ ਨਾ। ਉਹ ਇਹੀ ਹੁੰਦਾ ਵੀ ਤੁਸੀਂ ਕਿਸੇ ਚੀਜ਼ ਲਈ ਮਨਾ ਨਹੀਂ ਕਰ ਸਕੋਗੇ, ਤੁਸੀਂ ਸਾਹਮਣੇ ਵਾਲੇ ਦੇ ਸਾਹਮਣੇ ਬੋਲ ਨਹੀਂ ਸਕੋਗੇ ਕਿਉਂਕਿ ਉਹ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ। ਤੇ ਇਨਡਾਇਰੈਕਟਲੀ ਕਈ ਵਾਰ ਤੁਹਾਨੂੰ ਅਗਲਾ ਸੁਣਾ ਵੀ ਦਿੰਦਾ ਵੀ ਤੈਨੂੰ ਕੀ ਕਮੀ ਆ, ਸਭ ਕੁਝ ਤਾਂ ਤੈਨੂੰ ਅਸੀਂ ਕਰਦੇ ਪਏ ਆ ਹੈ ਨਾ। ਤੇ ਜ਼ਰੂਰੀ ਨਹੀਂ ਵੀ ਤੁਸੀਂ ਸਿਰਫ ਇਹ ਜਤਾਉਣ ਲਈ ਵੀ ਮੈਂ ਪੜ੍ਹੀ ਲਿਖੀ ਹਾਂ ਇਸ ਲਈ ਮੈਂ ਤੁਹਾਨੂੰ ਕਮਾ ਕੇ ਦੇ ਰਹੀ ਹਾਂ, ਨਹੀਂ, ਤੁਹਾਡਾ ਮਤਲਬ ਆਪਣੇ ਆਪ ਨੂੰ ਮਹਿਸੂਸ ਕਰਨ ਲਈ ਵੀ ਤੁਹਾਡੇ ਲਈ ਜੌਬ ਬਹੁਤ ਜ਼ਰੂਰੀ ਚੀਜ਼ ਆ, ਜਾਂ ਤੁਹਾਡਾ ਕਮਾਉਣਾ ਬਹੁਤ ਜ਼ਰੂਰੀ ਆ ਹੈ ਨਾ। ਤੁਹਾਡੇ ਕੋਲ ਕਿੰਨੇ ਹੁਨਰ ਹੁੰਦੇ ਆ ਜਿਹੜੇ ਤੁਹਾਨੂੰ ਲੱਗਦਾ ਕਿ ਵੇਸਟ ਜਾ ਰਹੇ ਨੇ ਮੇਰੇ। ਸਭ ਤੋਂ ਵੱਡੀ ਚੀਜ਼ ਆ ਗੁਰਦੀਪ ਕਿ ਆਪਾਂ ਕਹਿੰਦੇ ਹਾਂ ਕਿ ਜਿਹੜੀ ਏਸ਼ੀਅਨ ਹੈ ਨਾ ਲੋਕ ਨੇ, ਉਹ ਉਹਨਾਂ 'ਚ ਜ਼ਿਆਦਾ ਹੈ ਮਤਲਬ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਹੁੰਦੀ ਆ ਹੈ ਨਾ। ਕੁੜੀਆਂ ਨੂੰ ਸਭ ਤੋਂ ਪਹਿਲਾਂ ਤਾਂ ਜਦੋਂ ਵਿਆਹ ਹੁੰਦਾ ਉਹਨਾਂ ਦੀ ਹੁਣ ਤਾਂ ਚਲੋ ਬਹੁਤ ਸਮਾਂ ਚੇਂਜ ਹੋ ਗਿਆ, ਉਹਨਾਂ ਦੀਆਂ ਚੋਇਸਿਸ ਨਹੀਂ ਪੁੱਛੀਆਂ ਜਾਂਦੀਆਂ ਹੈ ਨਾ। ਆਪਾਂ ਇਹ ਨਹੀਂ ਕਹਿੰਦੇ ਕਿ ਪੇਰੈਂਟਸ ਕਦੇ ਵੀ ਆਪਣੇ ਬੱਚੇ ਲਈ ਕਿਸੇ ਮਾੜੇ ਬੰਦੇ ਨੂੰ ਚੂਜ਼ ਕਰਨਗੇ, ਪਰ ਨਹੀਂ, ਜਦੋਂ ਮਤਲਬ ਉਹ ਮੁੰਡਾ ਦੇਖਦੇ ਆ ਤਾਂ ਉਹ ਪਹਿਲਾਂ ਖਾਨਦਾਨ ਦੇਖਦੇ ਆ ਹੈ ਨਾ, ਪਰਿਵਾਰ ਦੇਖਣਗੇ, ਜਾਇਦਾਦ ਵੇਖਣਗੇ, ਉਸ ਤੋਂ ਬਾਅਦ ਉਹ ਕੁੜੀ ਨੂੰ ਜਾਂ ਮੁੰਡੇ ਨੂੰ ਦੱਸਣਗੇ ਵੀ ਅਸੀਂ ਤੇਰੇ ਲਈ ਇਹ ਘਰ ਦੇਖਿਆ ਹੈ ਨਾ। ਪਰ ਜਦੋਂ ਤੁਸੀਂ ਮਤਲਬ ਆਪਣੇ ਪੈਰਾਂ 'ਤੇ ਖੜ੍ਹੇ ਹੋ ਤਾਂ ਤੁਸੀਂ ਉੱਥੇ ਦੇਖੋਗੇ ਕਿ ਸਾਹਮਣੇ ਵਾਲੇ ਦੀ ਸੋਚ ਮੇਰੇ ਨਾਲ ਮਿਲਦੀ ਆ, ਚਾਹੇ ਉਹਦੇ ਕੋਲ ਜ਼ਮੀਨ ਦਾ 1 ਕਿੱਲਾ ਘੱਟ ਹੀ ਆ ਹੈ ਨਾ। ਤੁਸੀਂ ਉੱਥੇ ਦੇਖੋਗੇ ਕਿ ਇਹ ਉਹੀ ਬੰਦਾ ਜਿਹਦੇ ਨਾਲ ਮੈਂ ਆਪਣੀ ਪੂਰੀ ਜ਼ਿੰਦਗੀ ਕੱਢ ਸਕਦੀ ਹਾਂ ਹੈ ਨਾ, ਜਾਂ ਮੈਂ ਕੱਢ ਸਕਦਾ। ਤੇ ਇਹਨਾਂ ਚੀਜ਼ਾਂ ਨੂੰ ਉਦੋਂ ਹੀ ਤਰਜੀਹ ਦੇ ਸਕਦੇ ਹੋ ਜਦੋਂ ਤੁਹਾਡੇ ਹੱਥ 'ਚ ਕੁਛ ਹੈਗਾ ਹੈ ਨਾ। ਤੇ ਜੇ ਤੁਸੀਂ ਤੁਹਾਡੇ ਹੱਥ 'ਚ ਹੀ ਨਹੀਂ ਕੁਛ, ਫਿਰ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਜਿੱਥੇ ਘਰਦਿਆਂ ਨੇ ਕਿਹਾ, ਮਤਲਬ ਜਿੱਥੇ ਉਹਨਾਂ ਨੇ ਦੇਖ ਲਿਆ ਉਹ ਬਹੁਤ ਵਧੀਆ ਮੇਰੇ ਲਈ। ਪਰ ਮੈਂ ਸੱਚੀ ਕਹਿੰਦੀ ਹਾਂ, ਮੈਂ ਬਹੁਤ ਵੱਡੇ ਵੱਡੇ ਪਰਿਵਾਰ ਦੇਖੇ ਨੇ ਜਿੱਥੇ ਬੰਦੇ 2-2 ਲੱਖ ਵੀ ਮਹੀਨੇ ਦਾ ਕਮਾ ਕੇ ਲਿਆ ਕੇ ਦਿੰਦੇ ਨੇ, ਕੁੜੀਆਂ ਬਹੁਤ ਤਕੜੇ ਪਰਿਵਾਰਾਂ 'ਚੋਂ ਆਈਆਂ ਨੇ, ਪਰ ਉਹਨਾਂ ਦੀ ਜ਼ਿੰਦਗੀ ਨਾ ਇੱਕ 10,000 ਰੁਪਏ ਕਮਾਉਣ ਵਾਲੀ ਕੁੜੀ ਨਾਲੋਂ ਵੀ ਮਾੜੀ ਆ ਘਰਾਂ 'ਚ ਹੈ ਨਾ।
ਉੱਥੇ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਜੇ ਮੈਂ ਅੱਜ ਇਹਨੂੰ ਛੱਡਿਆ ਹੈ ਨਾ, ਬਹੁਤ ਸਾਰੇ ਬੰਦੇ ਇਸੇ ਚੀਜ਼ ਤੋਂ ਡਰਦੇ ਨੇ, ਉਹਨਾਂ ਨੂੰ ਲੱਗਦਾ ਨੌਕਰੀ ਤੇਰੇ ਲਈ ਜ਼ਰੂਰੀ ਨਹੀਂ, ਉਹਨਾਂ ਨੂੰ ਲੱਗਦਾ ਕਿ ਔਰਤ ਦੇ ਮੂੰਹ 'ਚ ਨਾ ਜ਼ੁਬਾਨ ਆ ਜਾਂਦੀ ਆ, ਹੈ ਨਾ। ਮਤਲਬ ਹਾਂ, ਬਹੁਤ ਘਰਾਂ 'ਚ ਕਹਾਣੀਆਂ ਖਰਾਬ ਵੀ ਹੁੰਦੀਆਂ ਨੇ, ਜੋ ਤੁਹਾਨੂੰ ਲੱਗਦਾ ਮੇਰੇ ਪੈਸੇ ਨੇ, ਮੈਂ ਕਮਾ ਰਹੀ ਹਾਂ, ਤੁਹਾਨੂੰ ਲੱਗਦਾ ਮੈਂ ਕਿਸੇ ਤੋਂ ਕੀ ਲੈਣਾ, ਹੈ ਨਾ। ਪਰ ਉਹ ਤੁਹਾਡੀ ਤਹਿਜ਼ੀਬ ਆ ਕਿ ਤੁਸੀਂ ਉਸ ਕਮਾਈ ਨੂੰ ਕਿਸ ਤਰੀਕੇ ਨਾਲ ਆਪਣੇ ਤੇ ਹਾਵੀ ਕਰਦੇ ਹੋ, ਹੈ ਨਾ। ਤੁਸੀਂ ਇਹ ਚੀਜ਼ ਸਮਝਦੇ ਹੋ ਕਿ ਨਹੀਂ, ਇਸ ਕਮਾਈ ਨੇ ਮੈਨੂੰ ਇੱਕ ਰੁਤਬਾ ਦਿੱਤਾ ਸਮਾਜ 'ਚ ਜਾਂ ਘਰ 'ਚ, ਜਾਂ ਤੁਸੀਂ ਇਹ ਸਮਝਣਾ ਕਿ ਹੁਣ ਮੇਰੇ ਜ਼ੁਬਾਨ ਲੱਗ ਗਈ, ਹੁਣ ਮੈਂ ਦੂਜਿਆਂ ਤੇ ਹਾਵੀ ਹੋ ਜਾਣਾ, ਉਹਨਾਂ ਨੂੰ ਮੈਂ ਦਿਨ ਰਾਤ ਤਾਨੇ ਦੇਣੇ ਆ ਕਿ ਮੈਂ ਕਮਾ ਕੇ ਲਿਆ ਰਹੀ ਹਾਂ, ਹੈ ਨਾ। ਇਹ ਤੁਹਾਡੀ ਚੋਇਸ ਹੈ। ਪਰ ਫਿਰ ਵੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਪਰਿਵਾਰ ਜਾਂ ਬਹੁਤ ਸਾਰੇ ਮਾਂ ਪਿਓ ਜਾਂ ਬਹੁਤ ਸਾਰੇ ਸਹੁਰਾ ਪਰਿਵਾਰ ਇਸ ਲਈ ਵੀ ਕੁੜੀਆਂ ਨੂੰ ਇਜਾਜ਼ਤ ਨਹੀਂ ਦਿੰਦੇ, ਉਹਨਾਂ ਨੂੰ ਲੱਗਦਾ ਕਿ ਕੱਲ੍ਹ ਨੂੰ ਇਹ ਬੋਲਣ ਲੱਗ ਜਾਊ, ਇਹ ਆਪਣੀ ਚੋਇਸ ਦੱਸਣ ਲੱਗ ਜਾਊ, ਜਦ ਕਿ ਬਹੁਤ ਜ਼ਰੂਰੀ ਆ। ਮਤਲਬ ਤੁਹਾਡੇ ਬੱਚਿਆਂ ਲਈ ਵੀ ਜ਼ਰੂਰੀ ਆ। ਕੱਲ੍ਹ ਨੂੰ ਜ਼ਿੰਦਗੀ ਦਾ ਰੱਬ ਨਾ ਕਰੇ ਤੁਹਾਨੂੰ ਚੰਗੇ ਮਾੜੇ ਵਕਤ 'ਚ ਕੋਈ ਫੈਸਲਾ ਲੈਣਾ ਪੈ ਜਾਵੇ, ਤਾਂ ਜਿਹੜੀਆਂ ਕੁੜੀਆਂ ਕਮਾਉਂਦੀਆਂ ਨੇ, ਮੈਨੂੰ ਲੱਗਦਾ ਉਹ ਦੂਜੇ ਨਾਲੋਂ ਅੱਧੇ ਸੌਖੇ ਤਰੀਕੇ ਨਾਲ ਫੈਸਲਾ ਲੈ ਲੈਣ। ਭੈਣੇ, ਇੱਕ ਨਾ ਆਪਣਾ ਪੰਜਾਬੀ ਗਾਣਾ, ਮੈਨੂੰ ਭੁੱਲ ਗਿਆ ਵੀ ਕਿਹਨੇ ਗਾਇਆ ਉਹ, ਪਰ ਉਹਦੇ 'ਚ ਨਾ ਇੱਕ ਲਾਈਨ ਆ, ਮਾਣ ਬੜਾ ਹੁੰਦਾ ਚੀਜ਼ ਆਪਣੀ ਬਣਾਈ ਦਾ, ਬਿਲਕੁਲ। ਹੁਣ ਆਪਾਂ ਨੌਕਰੀ ਕਰਦੇ ਹਾਂ, ਚਾਹੇ ਨਾ ਆਪਾਂ ਨੂੰ ਘਰ ਦੇ ਸਾਰਾ ਕੁਝ ਲੈ ਕੇ ਦੇਣ ਦੇ ਕਾਬਿਲ ਹੁੰਦੇ ਆ, ਪਰ ਫਿਰ ਵੀ ਜਦੋਂ ਤੁਸੀਂ ਕੋਈ ਚੀਜ਼ ਆਪਦੀ ਕਮਾਈ ਨਾਲ ਬਣਾਉਂਦੇ ਹੋ ਨਾ, ਤੁਹਾਨੂੰ ਉਹਦਾ ਅਲੱਗ ਹੀ ਆਨੰਦ ਹੁੰਦਾ, ਹੈ ਨਾ, ਉਹਦਾ ਅਲੱਗ ਹੀ ਸਵਾਦ ਹੁੰਦਾ। ਜਿਵੇਂ ਹੁਣ ਮੰਨ ਲਓ ਵੀ ਕੋਈ ਮੁੰਡਾ ਕੋਈ ਆਪਣਾ ਉਹ ਘਰ ਬਣਾ ਰਿਹਾ ਆਪਣੇ ਪੈਸਿਆਂ ਦਾ, ਉਹਨੇ ਆਪਦੀ ਕਮਾਈ ਦੀ ਕਾਰ ਲਈ ਆ, ਜਾਂ ਉਹਨੇ ਆਪਦੀ ਕਮਾਈ ਦਾ ਕੋਈ ਬਿਜ਼ਨਸ ਸ਼ੁਰੂ ਕੀਤਾ, ਮਾਂ ਬਾਪ ਕਿੰਨਾ ਹੁੱਬ ਕੇ ਦੱਸਦੇ ਨੇ ਵੀ ਇਹਨੇ 7 ਰੁਪਈਆ ਨਹੀਂ ਲਿਆ, ਇਹਨੇ ਸਾਰੀਆਂ ਚੀਜ਼ਾਂ ਆਪ ਬਣਾਈਆਂ ਨੇ, ਜਾਂ ਇਹਨੇ ਇੰਨੇ ਸਾਲ ਹੋ ਗਏ ਜਦੋਂ ਦਾ ਪੜ੍ਹ ਕੇ ਜੌਬ 'ਚ ਗਿਆ ਵੀ ਇਹਨੇ 7 ਤੋਂ 1 ਰੁਪਈਆ ਤੱਕ ਨਹੀਂ ਮੰਗਿਆ ਹੈਗਾ, ਹੈ ਨਾ। ਚਾਹੇ ਆਪਾਂ ਜਿੱਡੇ ਮਰਜ਼ੀ ਆਰਥਿਕ ਤੌਰ 'ਤੇ ਵਧੀਆ ਘਰੇ ਵਿਆਹੇ ਗਏ ਹੋਈਏ, ਆਪਣੇ ਘਰੇ ਇਹ ਮਹਿਸੂਸ ਨਹੀਂ ਹੁੰਦਾ, ਕਿਉਂਕਿ ਤੁਹਾਨੂੰ ਲੱਗਦਾ ਹੁੰਦਾ ਕਿ ਅਸੀਂ ਆਪਣੇ ਮਾਂ-ਬਾਪ ਤੋਂ ਲੈ ਰਹੇ ਹਾਂ। ਪਰ ਦੂਜੇ ਘਰੇ ਜਾ ਕੇ ਨਾ, ਚਾਹੇ ਤੁਹਾਨੂੰ ਕੋਈ ਰੋਕ ਟੋਕ ਨਾ ਹੋਵੇ, ਪਰ ਫਿਰ ਵੀ ਤੁਸੀਂ ਨਾ ਦੂਜੇ ਦਾ ਪੈਸਾ ਖਰਚਣ ਲੱਗੇ ਸੋਚਦੇ ਹੋ। ਹੁਣ ਇੱਥੇ ਕਈ ਲੋਕ ਇਹ ਵੀ ਕਹਿਣਗੇ ਵੀ ਤੁਹਾਨੂੰ ਤਾਂ ਮਹਿਸੂਸ ਹੁੰਦਾ ਕਿਉਂਕਿ ਤੁਸੀਂ ਦੂਜਾ ਸਮਝਦੇ ਹੋ ਨਾ। ਨਹੀਂ, ਐਵੇਂ ਨਹੀਂ ਹੁੰਦਾ ਹੈਗਾ। ਕਈ ਵਾਰ ਤੁਹਾਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਦੂਜੇ ਦੀ ਜੇਬ 'ਚੋਂ ਪੈਸੇ ਲੈਣੇ ਹੁੰਦੇ ਨੇ ਨਾ, ਕਈ ਵਾਰ ਤੁਹਾਨੂੰ ਇਹ ਲੱਗਦਾ ਹੁੰਦਾ ਚੀਜ਼ ਲੈਣ ਲੱਗਿਆ ਵੀ ਇਹ ਚੀਜ਼ ਮੇਰੇ ਲਈ ਜ਼ਰੂਰੀ ਹੈਗੀ ਆ ਕਿ ਨਹੀਂ ਹੈਗੀ। ਹਾਂ, ਜਾਂ ਮਾਫ਼ ਕਰਨਾ, ਮੈਂ ਤੁਹਾਨੂੰ ਕੱਟਿਆ। ਮਤਲਬ ਕਈ ਵਾਰ ਇਹ ਵੀ ਹੁੰਦਾ, ਆਪਾਂ ਕਹਿੰਦੇ ਬਾਕੀ ਸਾਰੀਆਂ ਲੋੜਾਂ ਪਹਿਲਾਂ ਪੂਰੀਆਂ ਕਰ ਲਓ, ਹੈ ਨਾ, ਜੇ ਚਲੋ ਥੋੜਾ ਜਿਹਾ ਹੋਇਆ ਫਿਰ ਮੈਂ ਆਪਣੀ ਲੋੜ ਪੂਰੀ, ਕਿਉਂਕਿ ਸ਼ੌਂਕ ਨਹੀਂ ਤੁਸੀਂ ਪਗਾ ਸਕਦੇ ਆਪਣੇ। ਬਿਲਕੁਲ। ਮੰਨ ਲਓ ਵੀ ਮੈਨੂੰ ਕਿਸੇ ਚੀਜ਼ ਦਾ ਸ਼ੌਂਕ ਆ, ਪਰ ਮੈਂ ਪੈਸੇ ਥੋਤੋਂ ਲੈਂਦੀ ਆ, ਮੈਂ ਫਾਈਨੈਂਸ਼ਲੀ ਤੁਹਾਡੇ ਤੇ ਡਿਪੈਂਡੈਂਟ ਆ, ਹੈ ਨਾ। ਉੱਥੇ ਮੈਂ ਤੁਹਾਡੇ ਤੋਂ ਆਪਦੇ ਸ਼ੌਂਕ ਲਈ ਪੈਸੇ ਨਹੀਂ ਲਵਾਂਗੀ, ਮੈਂ ਆਪਦੀ ਜ਼ਰੂਰਤ ਲਈ ਲਵਾਂਗੀ, ਹੈ ਨਾ। ਉਹ ਚਾਹੇ ਫਿਰ ਮੇਰਾ ਸ਼ੌਂਕ 100 ਰੁਪਏ ਦਾ, ਚਾਹੇ 1000 ਰੁਪਏ ਦਾ, ਹੈ ਨਾ, ਪਰ ਉਹਦੇ ਲਈ ਵੀ ਮੈਂ ਸੋਚੂੰਗੀ ਵੀ ਮੈਂ ਦੂਜੇ ਬੰਦੇ ਤੋਂ ਲੈਣੇ ਨੇਗੇ, ਤਾਂ ਮੈਂ ਕਿਹੜੀਆਂ ਚੀਜ਼ਾਂ ਲਈ ਉਹਦੇ ਤੋਂ ਪੈਸੇ ਲੈਣੇ ਨੇਗੇ, ਹੈ ਨਾ। ਤੇ ਦੂਸਰੀ ਗੱਲ ਮੈਨੂੰ ਲੱਗਦੀ ਹੁੰਦੀ ਹੈ ਕਿ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਗੱਲ ਕੀਤੀ ਹੈ ਕਿ ਇਹ ਜ਼ਰੂਰੀ ਨਹੀਂ ਹੈਗੀ ਕਿ ਕੁੜੀਆਂ ਮਤਲਬ ਇਹ ਆਪਾਂ ਕਹਿ ਦਿੰਦੇ ਆ ਕਿ ਧਰਨਾ ਹੀ ਲਾ ਕੇ ਬਹਿ ਗਈਆਂ ਵੀ ਨਹੀਂ, ਜੇ ਮੈਂ ਪੜ੍ਹੀ ਹਾਂ ਤਾਂ ਮੈਂ ਨੌਕਰੀ ਕਰੂੰਗੀ, ਮੈਨੂੰ ਰੋਕਣ ਵਾਲਾ ਹੁੰਦਾ ਕੌਣ ਆ, ਨਾ। ਇਹ ਉਹ ਐਵੇਂ ਨਹੀਂ ਹੁੰਦਾ ਹੈਗਾ। ਜਦੋਂ ਮੇਰੇ ਫਾਦਰ ਦੀ ਡੈਥ ਹੋਈ ਹੈ ਨਾ, ਮੇਰੇ ਮਦਰ ਦਾ ਡਿਪਰੈਸ਼ਨ 'ਚ ਨਾ ਜਾਣ ਦਾ ਸਭ ਤੋਂ ਵੱਡਾ ਰੀਜ਼ਨ ਇਹ ਸੀਗਾ ਕਿ ਉਹਨਾਂ ਨੇ ਮੇਰੇ ਫਾਦਰ ਵਾਲੀ ਜੌਬ ਕੀਤੀ ਆ ਜਾ ਕੇ। ਉਸ ਟਾਈਮ ਤੇ ਸਾਡੇ ਲਈ ਉਹ ਬੇਹੱਦ ਜ਼ਰੂਰੀ ਸੀਗੀ, ਹੈ ਨਾ। ਨਹੀਂ ਤਾਂ ਕੀ ਆ, ਮਤਲਬ ਇੱਕਦਮ ਹੀ ਅਸੀਂ ਕਿਸੇ ਦੂਜੇ ਬੰਦੇ ਦੇ ਉੱਪਰ ਡਿਪੈਂਡ ਹੋ ਜਾਣਾ ਸੀਗਾ, ਹੈ ਨਾ। ਜਾਂ ਚਾਚੇ ਤਾਇਆਂ ਨੂੰ, ਮਾਮੇ ਮਾਸੀਆਂ ਨੂੰ, ਆਪਦੀਆਂ ਨੂੰ, ਸ਼ਾਇਦ ਮੇਰੀ ਮੰਮੀ ਨੂੰ ਜਾ ਕੇ ਕਹਿਣਾ ਪੈਂਦਾ ਮੇਰੇ ਬੱਚੇ ਪੜ੍ਹਾ ਦਿਓ ਜਾਂ ਕੁਝ ਵੀ ਕਰ ਲਓ। ਉਦੋਂ ਨਾ, ਚਾਹੇ ਤੁਸੀਂ ਬਹੁਤ ਵਧੀਆ ਪਰਿਵਾਰ ਦੇ ਵਿੱਚ ਹੁੰਦੇ ਹੋ, ਪਰ ਵਧੀਆ ਪਰਿਵਾਰ 'ਚ ਹੁੰਦਿਆਂ ਹੋਇਆਂ ਵੀ ਜਦੋਂ ਤੁਹਾਡੇ ਤੋਂ ਵੱਡੇ ਬੰਦੇ ਪਰਿਵਾਰ 'ਚ ਬੈਠੇ ਹੁੰਦੇ ਨੇ, ਤਾਂ ਫਾਈਨੈਂਸ਼ੀਅਲ ਚੀਜ਼ਾਂ ਤੁਹਾਡੇ ਹੱਥ 'ਚ ਨਹੀਂ ਹੁੰਦੀਆਂ, ਹੈ ਨਾ। ਅਤੇ ਤੁਸੀਂ ਆਪਦੀ ਜਵਾਕ ਦੀ ਨਿੱਕੀ ਚੀਜ਼ ਲਈ, ਇਹਨੂੰ ਜੁਰਾਬਾਂ ਚਾਹੀਦੀਆਂ ਨੇ, ਇਹਨੂੰ ਬਣਾਉਣ ਚਾਹੀਦੀ, ਉਸ ਚੀਜ਼ ਲਈ ਨਾ ਤੁਸੀਂ ਕਈ ਵਾਰ ਨਹੀਂ ਵੀ ਕਮਿਊਨੀਕੇਟ ਕਰ ਪਾਉਂਦੇ ਬੰਦੇ ਦੇ ਨਾਲ, ਤਾਂ ਉਨੀ ਕੁ ਕਮਾਈ, ਉਨਾ ਕੁ ਪੈਸਾ ਤੁਹਾਡੇ ਆਪਦੇ ਹੱਥ 'ਚ ਹੋਣਾ ਬਹੁਤ ਜ਼ਰੂਰੀ ਆ। ਅਸੀਂ ਉਦੋਂ ਜਵਾਨ ਹੋ ਰਹੀਆਂ ਸੀਗੀਆਂ, ਅਸੀਂ 2 ਭੈਣਾਂ ਆ, ਹੈ ਨਾ। ਕੁੜੀਆਂ ਨੂੰ ਉਦੋਂ ਕਿੰਨੀਆਂ ਨਿੱਜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ, ਤਾਂ ਉਹ ਚੀਜ਼ਾਂ ਦੇ ਲਈ ਮੇਰੇ ਮੰਮੀ ਮੇਰੇ ਦਾਦਾ ਜੀ ਨੂੰ ਜਾਂ ਮੇਰੇ ਚਾਚਾ ਜੀ ਨੂੰ ਨਹੀਂ ਸੀ ਕਹਿ ਸਕਦੇ ਵੀ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ ਅਤੇ ਇਹਦੇ ਲਈ ਮੈਨੂੰ ਪੈਸੇ ਚਾਹੀਦੇ ਨੇਗੇ, ਹੈ ਨਾ। ਸਾਡੇ ਲਈ ਸਭ ਤੋਂ ਸੌਖਾ ਅਤੇ ਸਭ ਤੋਂ ਮਤਲਬ ਆਰਾਮਦਾਇਕ ਇਹ ਸੀਗਾ ਕਿ ਮੰਮੀ ਕਮਾ ਰਹੇ ਸੀਗੇ ਉਦੋਂ। ਸਾਡੀ ਜਿੰਨੀ ਪੜ੍ਹਾਈ ਸੀਗੀ, ਜਿੰਨੇ ਸਾਡੇ ਵਿਆਹ ਦੇ ਖਰਚੇ ਸੀ, ਜਾਂ ਜਿੰਨੀਆਂ ਸਾਡੀਆਂ ਨਿੱਜੀ ਲੋੜਾਂ ਸੀਗੀਆਂ, ਉਹ ਖੁਦ ਪੂਰੀਆਂ ਕਰਦੇ ਰਹੇ। ਅਤੇ ਦੂਸਰੀ ਗੱਲ, ਜੇ ਉਹ ਘਰ ਹੀ ਰਹਿੰਦੇ ਤਾਂ ਉਹ ਅੱਜ ਵੀ ਉਹ ਕਹਿੰਦੇ ਹੁੰਦੇ ਨੇ, ਜੇ ਕਿਤੇ ਘਰੇ ਕਈ ਵਾਰ ਕਹਿ ਦਿਓ ਮੰਮੀ ਨੂੰ ਜਾ ਕੇ ਨਾ ਵੀ ਹੁਣ ਤਾਂ ਤੁਸੀਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ, ਵੀ ਹੁਣ ਤੁਸੀਂ ਆਪਦੇ 'ਤੇ ਧਿਆਨ ਦਿਆ ਕਰੋ, ਵਧੀਆ ਖਾਇਆ ਪੀਆ ਕਰੋ, ਵਧੀਆ ਪਾਇਆ ਕਰੋ। ਉਹ ਹਮੇਸ਼ਾ ਕਹਿੰਦੇ ਇੱਦੋਂ ਤਾਂ ਨਾ ਮੇਰੀ ਰਿਟਾਇਰਮੈਂਟ ਨਾ ਹੁੰਦੀ। ਕਹਿੰਦੇ ਜਦੋਂ ਸਵੇਰੇ ਐ ਹੁੰਦਾ ਸੀਗਾ, ਕਹਿੰਦੇ ਔਖਾ ਤਾਂ ਬਹੁਤ ਲੱਗਦਾ ਹੁੰਦਾ ਸੀ, ਪਰ ਕਹਿੰਦੇ ਘੱਟੋ ਘੱਟ ਬੰਦਾ ਆਪ ਤਾਂ ਬਣ ਸਵਰ ਕੇ ਰਹਿੰਦਾ ਵਾ।
ਤੇ ਜਿਵੇਂ ਕਹਿੰਦੇ ਮੈਂ ਉਹ ਕਹਿੰਦੇ ਜਿਵੇਂ ਹੁਣ ਆਪਣੇ ਤੇ ਏਡਾ ਵੱਡਾ ਟਾਈਮ ਆ ਗਿਆ ਸੀਗਾ, ਕਹਿੰਦੇ ਬਾਹਰ ਜਿਵੇਂ ਨਾ ਨਿਕਲਦੀ, ਕਹਿੰਦੇ ਵੀ ਪਤਾ ਨਹੀਂ ਆਪਣਾ ਕੀ ਬਣਦਾ ਹੈ ਨਾ। ਫਾਈਨੈਂਸ਼ੀਅਲ ਤੌਰ ਤੇ ਤਾਂ ਚਲੋ ਜੋ ਹੋਣਾ ਸੀ, ਪਰ ਸਾਡੀ ਮਦਰ ਨੇ ਮਾਨਸਿਕ ਤੌਰ ਤੇ ਬਹੁਤ ਸਰਵਾਈਵ ਕਰਨਾ ਸੀਗਾ। ਉਹ ਕਹਿੰਦੇ ਵੀ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਕਿਸੇ ਦੀ ਗੱਲ ਸੁਣਦੇ ਹੋ, ਕਈ ਵਾਰ ਕਿਸੇ ਦਾ ਦੁੱਖ ਤੁਹਾਡੇ ਤੋਂ ਵੱਡਾ ਹੁੰਦਾ, ਤੁਹਾਨੂੰ ਆਪਣਾ ਛੋਟਾ ਲੱਗਣ ਲੱਗ ਜਾਂਦਾ, ਜਾਂ ਕਹਿੰਦੇ ਜੋ ਕਈ ਵਾਰ ਤੁਸੀਂ ਮਹਿਸੂਸ ਕਰ ਰਹੇ ਹੁੰਦੇ ਹੋ ਦਿਲ ਤੋਂ, ਤੁਸੀਂ ਦੂਜੇ ਬੰਦੇ ਦੇ ਨਾਲ ਜਾ ਕੇ ਸਾਂਝਾ ਕਰਦੇ ਹੋ। ਕਈ ਵਾਰ ਤੁਸੀਂ ਘਰੇ ਨਹੀਂ ਕਰ ਪਾਉਂਦੇ ਹੈਗੇ ਹੈ ਨਾ, ਕਹਿੰਦੇ ਤੁਸੀਂ ਦੂਜੇ ਬੰਦੇ ਨੂੰ ਜਾ ਕੇ ਦੱਸਦੇ ਹੋ, ਤੁਸੀਂ ਦਿਮਾਗੀ ਤੌਰ ਤੇ ਦਿਲ ਤੋਂ ਨਾ ਕਿੰਨੇ ਹਲਕੇ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਨਾ। ਸੋ ਮੈਨੂੰ ਨਹੀਂ ਲੱਗਦਾ ਹੁੰਦਾ ਹੈਗਾ ਕਿ ਕੁੜੀਆਂ ਦਾ ਕਮਾਉਣਾ ਕਿਸੇ ਵੀ ਪੱਖ ਤੋਂ ਗਲਤ ਆ। ਹਾਂ, ਉੱਥੇ ਮੈਂ ਜ਼ਰੂਰ ਕਹਿੰਦੀ ਹਾਂ ਵੀ ਜਿੱਥੇ ਕਈ ਕੁੜੀਆਂ ਕਹਿ ਦਿੰਦੀਆਂ ਨੇਗੀਆਂ ਕਿ ਵਿਆਹ ਵੀ ਤਾਂ ਹੀ ਹੁੰਦਾ ਵਾ ਕਿਉਂਕਿ ਸਾਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਚਾਹੀਦੀ ਹੁੰਦੀ ਹੈ ਨਾ, ਉੱਥੇ ਜ਼ਰੂਰ ਇਹ ਕਲੈਸ਼ ਆਉਂਦਾ ਆ ਕਿ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਕਿਉਂਕਿ ਮੈਂ ਆਪਣੇ ਜੋਗਾ ਕਮਾ ਰਹੀ ਹਾਂ, ਹੈ ਨਾ। ਪਰ ਨਹੀਂ, ਪੈਸੇ ਦੇ ਨਾਲ ਨਾਲ ਤੁਹਾਡੀਆਂ ਹੋਰ ਬਹੁਤ ਸਾਰੀਆਂ ਲੋੜਾਂ ਹੁੰਦੀਆਂ ਨੇਗੀਆਂ ਨਾ। ਮੋਰਲ ਸਪੋਰਟ ਤੁਹਾਨੂੰ ਚਾਹੀਦੀ ਹੁੰਦੀ ਆ, ਉਹ ਤੁਹਾਨੂੰ ਬੰਦਿਆਂ ਤੋਂ ਹੀ ਮਿਲਣੀ ਹੁੰਦੀ ਆ, ਤੁਹਾਡੇ ਪਰਿਵਾਰ ਦੇ ਜੀਆਂ ਤੋਂ ਹੀ ਮਿਲਣੀ ਹੁੰਦੀ ਆ, ਹੈ ਨਾ। ਸੋ ਉਹ ਤੁਹਾਨੂੰ ਪੈਸਾ ਨਹੀਂ ਦੇ ਸਕਦਾ। ਉੱਥੇ ਹਾਲਾਤ ਜ਼ਰੂਰ ਖਰਾਬ ਹੋ ਜਾਂਦੇ ਨੇ ਵੀ ਜਿੱਥੇ ਕੁੜੀਆਂ ਇਹ ਸਮਝਣ ਲੱਗ ਜਾਂਦੀਆਂ ਨੇਗੀਆਂ ਕਿ ਮੈਂ ਫਾਈਨੈਂਸ਼ੀਅਲੀ ਹੁਣ ਇੰਡੀਪੈਂਡੈਂਟ ਹਾਂ ਤੇ ਮੈਨੂੰ ਕਿਸੇ ਤੋਂ ਹੂੰ ਕਹਾਉਣ ਦੀ ਲੋੜ ਨਹੀਂ ਹੈਗੀ, ਜਾਂ ਕੋਈ ਮੇਰੀ ਜ਼ਿੰਦਗੀ 'ਚ ਦਖਲਅੰਦਾਜ਼ੀ ਨਹੀਂ ਕਰ ਸਕਦਾ, ਕੋਈ ਮੇਰੇ ਫੈਸਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ, ਮੈਂ ਜੋ ਚਾਹੁੰਦੀ ਹਾਂ ਉਹ ਮੈਂ ਉਵੇਂ ਹੀ ਕਰੂੰਗੀ ਨਾ। ਨਹੀਂ, ਜਿਵੇਂ ਵਿਆਹ ਤੋਂ ਬਾਅਦ ਤੁਹਾਡੇ ਨਾਲ ਹੋਰ ਪਰਿਵਾਰ ਦੇ ਮੈਂਬਰ ਜੁੜ ਜਾਂਦੇ ਨੇਗੇ, ਹੈ ਨਾ। ਬਹੁਤ ਸਾਰੇ ਕਈ ਵਾਰੀ ਡਿਸੀਜਨ ਇੱਦਾਂ ਦੇ ਹੁੰਦੇ ਨੇ ਵੀ ਜਿਹੜੇ ਤੁਹਾਨੂੰ ਨਾ ਚਾਹੁੰਦਿਆਂ ਹੋਇਆਂ ਵੀ ਲੈਣੇ ਪੈਂਦੇ ਨੇ, ਜਾਂ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਆਪਣੇ ਆਪ ਨੂੰ ਭੁਲਾ ਕੇ ਦੂਜਿਆਂ ਦੇ ਲਈ ਕਰਨੀਆਂ ਪੈਂਦੀਆਂ ਨੇ, ਹੈ ਨਾ। ਤੇ ਕਹਿੰਦੇ ਉਹ ਕਈ ਵਾਰ ਨਾ ਉਹ ਸਹੀ ਵੀ ਹੁੰਦੀਆਂ ਨੇ, ਹੈ ਨਾ। ਸੋ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣਾ, ਮੈਨੂੰ ਲੱਗਦਾ ਆਰਥਿਕ ਤੌਰ ਤੇ ਕੁੜੀਆਂ ਦਾ ਸਵੈ ਨਿਰਭਰ ਹੋਣਾ, ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਗੁਰਦੀਪ, ਮਤਲਬ ਮੈਂ ਪਹਿਲਾਂ ਤੁਹਾਨੂੰ ਇਹੀ ਗੱਲ ਕਹੀ ਹੈ ਕਿ ਤੁਸੀਂ ਨਾ, ਮਤਲਬ ਤੁਹਾਡੇ ਅੰਦਰ ਇੱਕ ਕੁਆਲਿਟੀ ਆ, ਮੰਨ ਲਓ ਕਿ ਮੈਂ ਹਾਂ, ਤੁਹਾਡੀ ਇਹ ਕੁਆਲਿਟੀ ਆ ਕਿ ਤੁਸੀਂ ਅੱਜ ਚਲੋ ਕੰਮ ਕਰ ਰਹੇ ਹੋ ਤੇ ਆਪਣੇ ਪੈਸੇ ਕਮਾ ਰਹੇ ਹੋ, ਹੈ ਨਾ। ਹੁਣ ਇਹ ਤੁਸੀਂ ਦੇਖਣਾ ਕਿ ਤੁਸੀਂ ਇਸ ਨੂੰ ਕਿਹੜੇ ਵੇਚ ਲੈ ਰਹੇ ਹੋ, ਹੈ ਨਾ। ਜਾਂ ਤਾਂ ਤੁਸੀਂ ਇਹਨੂੰ ਆਪਣਾ ਹੰਕਾਰ ਬਣਾ ਲਓ ਕਿ ਮੈਂ ਤਾਂ ਗੁਰਦੀਪ ਦਾ 60,000 ਰੁਪਏ ਕਮਾ ਰਹੀ ਹੈ, ਹੁਣ ਉਹਨੂੰ ਕਿਸੇ ਦੀ ਜ਼ਰੂਰਤ ਨਹੀਂ ਹੈਗੀ, ਹੈ ਨਾ। ਉਹ ਆਪਣਾ ਨਿਆਣਾ ਵੀ ਮੇਰਾ ਟੈਕਸ ਨਾ ਵਧਾ ਦਿਓ ਐਂ ਕਹਿ ਕੇ, ਹੈ ਨਾ। ਕਿ ਆਪਾਂ ਨੂੰ ਲੱਗਦਾ ਹੁੰਦਾ ਵੀ ਮੈਂ ਤਾਂ, ਜੇ ਮੈਨੂੰ ਕਿਸੇ ਘਰ ਦੇ ਜੀ ਦੀ ਜ਼ਰੂਰਤ ਨਹੀਂ, ਮੈਂ ਤਾਂ ਜੇ ਤੁਸੀਂ ਅੱਜ ਮੇਰੇ ਨਾਲ ਤੁਹਾਡੀ ਬਣ ਨਹੀਂ ਰਹੀ ਤਾਂ ਮੈਂ ਕੱਲ੍ਹ ਨੂੰ ਤਾਂ ਮੇਡ ਰੱਖ ਕੇ ਵੀ ਆਪਣਾ ਬੱਚਾ ਪਾਲ ਲਵਾਂ, ਹੈ ਨਾ। ਜਾਂ ਫਿਰ ਤੁਸੀਂ ਉਹਨੂੰ ਮਤਲਬ ਇਸ ਚੀਜ਼ 'ਚ ਲੈਣਾ ਕਿ ਮੈਂ ਕਮਾ ਰਹੀ ਹਾਂ ਤਾਂ ਇਹਦਾ ਮੇਰੇ ਘਰ ਨੂੰ ਕਿੰਨੀ ਵੱਡੀ ਸਪੋਰਟ ਆ, ਹੈ ਨਾ। ਜਦ ਮੈਨੂੰ ਆਪਣੇ ਆਪ ਨੂੰ ਹੀ ਕਿੰਨਾ ਬਿਲਕੁਲ, ਇਹ ਤਾਂ ਮਤਲਬ ਸਾਡੀ ਤਹਿਜ਼ੀਬ ਤੇ ਆ ਵੀ ਅਸੀਂ ਉਸ ਚੀਜ਼ ਨੂੰ ਕਿਵੇਂ ਲੈ ਰਹੇ ਹਾਂ, ਹੈ ਨਾ। ਉਹਨੂੰ ਆਪਣਾ ਹੰਕਾਰ ਬਣਾ ਰਹੇ ਹਾਂ ਕਿ ਅਸੀਂ ਉਹਨੂੰ ਆਪਣੀ ਕੁਆਲਿਟੀ ਬਣਾ ਰਹੇ ਹਾਂ, ਹੈ ਨਾ। ਤਾਂ ਬਿਲਕੁਲ ਇਹ ਚੀਜ਼ਾਂ ਮੈਂ ਇਹ ਵੀ ਦੇਖੀਆਂ ਨੇ ਗੁਰਦੀਪ ਕਿ ਜਦੋਂ ਕੋਈ ਕੁੜੀ ਮਤਲਬ ਕਮਾਉਂਦੀ ਆ ਜਾਂ ਨੌਕਰੀ ਕਰਦੀ, ਉਹਨੂੰ ਲੱਗਦਾ ਵੀ ਮੈਂ ਘਰ ਦੇ ਕੰਮਾਂ ਲਈ ਨਹੀਂ ਬਣੀ ਹੋਈ, ਉਹਨੂੰ ਲੱਗਦਾ ਹੁੰਦਾ ਫਿਰ ਤੁਸੀਂ ਕੰਮ ਵਾਲੀ ਰੱਖ ਲਓ, ਜਾਂ ਸਾਰਾ ਦਿਨ ਮੇਰੀ ਸੱਸ ਹੀ ਕੰਮ ਕਰਦੀ ਰਵੇ, ਜਾਂ ਫਿਰ ਆਪਾਂ ਫਾਲਤੂ ਜਿਹੇ ਦੇ ਰੋਬ ਜਿਹੜੇ ਸਾਨੂੰ ਪਤਾ ਹੀ ਹੁੰਦਾ ਵੀ ਅਸੀਂ ਨਜਾਇਜ਼ ਘਰੇ ਮਾਰ ਰਹੇ ਹਾਂ, ਹੈ ਨਾ, ਪਰ ਫਿਰ ਵੀ ਅਸੀਂ ਉਹ ਚੀਜ਼ਾਂ ਕਰਦੇ ਰਹਿੰਦੇ ਹਾਂ। ਆਪਾਂ ਉਸ ਚੀਜ਼ ਨੂੰ ਕਦੀ ਨਹੀਂ ਕਹਿੰਦੇ ਵੀ ਤੁਸੀਂ ਇੱਦਾਂ ਕਰੋ, ਆਪਾਂ ਸਿਰਫ ਇਹ ਚੀਜ਼ ਸੋਚਦੇ ਹਾਂ ਕਿ ਹਾਂ ਜ਼ਿੰਦਗੀ 'ਚ ਬਹੁਤ ਸਾਰੇ ਇਹੋ ਜਿਹੇ ਹਾਦਸੇ ਹੋ ਜਾਂਦੇ ਨੇ। ਜਿਵੇਂ ਆਪਾਂ ਬਿੰਦੂ ਮੈਮ ਨਾਲ ਗੱਲ ਕਰਦੇ ਹੁੰਦੇ ਹਾਂ ਨਾ ਕਿ ਰਾਜ ਬਰਾੜ ਸਰ ਦੇ ਜਾਣ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਡਿਸੀਜ਼ਨ ਲਿਆ ਕਿ ਮੈਂ ਕਮਾਊਂਗੀ, ਹੈ ਨਾ। ਜੇ ਰੱਬ ਨਾ ਕਰੇ ਤੁਹਾਡੀ ਜ਼ਿੰਦਗੀ 'ਚ ਕੋਈ ਇਹੋ ਜਿਹਾ ਹਾਦਸਾ ਹੋਵੇ, ਤੁਹਾਨੂੰ ਦੂਜੇ ਦਿਨ ਇਹ ਫਿਕਰ ਨਾ ਹੋਵੇ ਵੀ ਮੈਂ ਆਹ ਚੀਜ਼ ਕਰੂੰਗੀ ਕਿੱਥੋਂ, ਹੈ ਨਾ। ਜਿਵੇਂ ਤੁਸੀਂ ਕਿਹਾ ਵੀ ਆਂਟੀ ਨੂੰ ਫਿਕਰ ਨਹੀਂ ਹੋਇਆ ਕਿ ਉਹ ਆਪਣੇ ਨਿਆਣਿਆਂ ਦੀਆਂ ਲੋੜਾਂ ਕਿੱਥੋਂ ਪੂਰੀਆਂ ਕਰਨਗੇ। ਦੂਜੀ ਚੀਜ਼ ਇਹ ਹੈ ਕਿ ਚਾਹੇ ਤੁਹਾਡਾ ਹਸਬੈਂਡ ਲੱਖ ਰੁਪਏ ਕਮਾ ਰਿਹਾ, ਤੁਸੀਂ 50 ਵੀ ਕਮਾ ਰਹੇ ਹੋ, ਕਿੱਡੀ ਵੱਡੀ ਸਪੋਰਟ ਤੁਸੀਂ ਘਰੇ ਦੇ ਰਹੇ ਹੋ, ਹੈ ਨਾ। ਤੁਹਾਨੂੰ ਉਹਦੀ ਆਪਣੀ ਮਾਨਸਿਕਤਾ ਨੂੰ ਕਿੱਡੀ ਵੱਡੀ ਖੁਸ਼ੀ ਹੈ ਕਿ ਮੈਂ ਘਰੇ ਵਿਹਲਾ ਨਹੀਂ ਬੈਠਾ, ਘਰ ਦੇ ਕੰਮ ਹਮੇਸ਼ਾ ਹੋ ਹੀ ਜਾਂਦੇ ਹੁੰਦੇ ਨੇ, ਹੈ ਨਾ। ਤੀਜੀ ਚੀਜ਼ ਆ ਤੁਹਾਡੇ ਸਰੀਰ 'ਚ ਕਿੰਨੀ ਬਿਹਤਰੀ ਆ ਰਹੀ ਹੈ ਨਾ, ਤੁਹਾਡੀ ਮਾਨਸਿਕਤਾ 'ਚ ਕਿੰਨੀ ਬਿਹਤਰੀ ਆ ਰਹੀ ਹੈ। ਮੈਂ ਸੱਚੀ ਕਹਿੰਦੀ ਹਾਂ ਕਿ ਘਰੇ ਰਹਿਣ ਵਾਲੀ ਜਨਾਨੀ ਨੂੰ ਤੁਸੀਂ ਕਿਸੇ ਦੂਜੇ ਬੰਦੇ ਨਾਲ ਗੱਲ ਕਰਦੇ ਦੇਖ ਲਿਓ, ਤੇ ਜੌਬ ਕਰਨ ਵਾਲੀ ਨੂੰ ਤੁਸੀਂ ਦੂਜੇ ਬੰਦੇ ਨਾਲ ਗੱਲ ਕਰਦੇ ਦੇਖ ਲਿਓ। ਇਹ ਨਹੀਂ ਹੈਗਾ ਕਿ ਉਹ ਬਹੁਤ ਕੌਨਫੀਡੈਂਟ ਹੋਊ, ਪਰ ਉਹਨੂੰ ਦੂਜੇ ਜੈਂਡਰ ਤੋਂ ਇੰਨਾ ਡਰ ਨਹੀਂ ਲੱਗਦਾ ਹੈਗਾ, ਹੈ ਨਾ। ਆਪਾਂ ਕਿੰਨੇ ਮੁੰਡਿਆਂ 'ਚ ਰਹਿੰਦੇ, ਆਪਾਂ ਨੂੰ ਕਦੀ ਲੱਗਿਆ ਕਿ ਮੈਂ ਇਹਨਾਂ ਨਾਲ ਗੱਲ ਨਹੀਂ ਕਰ ਸਕਦੀ। ਸਭ ਤੋਂ ਵੱਡੀ ਚੀਜ਼ ਇਹ ਆ ਕਿ ਮਤਲਬ ਜ਼ਰੂਰੀ ਨਹੀਂ ਹੁੰਦਾ, ਵਿਆਹ ਇਸ ਚੀਜ਼ ਦੀ ਗਰੰਟੀ ਹੈ ਕਿ ਤੁਹਾਡੀ ਸਾਹਮਣੇ ਵਾਲੇ ਨਾਲ ਬਣੂਗੀ ਉਹ ਬਣੂਗੀ, ਹੈ ਨਾ। ਰੱਬ ਨਾ ਕਰੇ ਕਈ ਵਾਰੀ ਜ਼ਿੰਦਗੀ 'ਚ ਕੋਈ ਇਹੋ ਜਿਹਾ ਮਸਲਾ ਹੋ ਜਾਵੇ ਵੀ ਤੁਹਾਨੂੰ ਲੱਗਦਾ ਵੀ ਮੈਂ ਇਹਦੇ ਨਾਲ ਜ਼ਿੰਦਗੀ ਕੱਟ ਨਹੀਂ ਸਕਦਾ, ਹੈ ਨਾ, ਚਾਹੇ ਉਹ ਮੁੰਡਾ ਚਾਹੇ ਉਹ ਕੁੜੀ। ਉਸ ਵਕਤ ਵੀ ਤੁਹਾਡੇ ਪੇਰੈਂਟਸ ਤੁਹਾਨੂੰ ਇਸ ਚੀਜ਼ ਲਈ ਕਰਕੇ ਨਹੀਂ ਸਪੋਰਟ ਕਰਦੇ, ਉਹਨਾਂ ਲੱਗਦਾ ਤੂੰ ਜਾਏਂਗੀ ਕਿੱਥੇ, ਹੈ ਨਾ। ਤੂੰ ਹੁਣ ਸਾਡੇ ਘਰੇ ਆ ਕੇ ਅਸੀਂ ਤੈਨੂੰ ਨਹੀਂ ਬਿਠਾ ਸਕਦੇ ਕਿਉਂਕਿ ਸਾਡੇ ਵੀ ਘਰੇ ਬਗਾਨੀਆਂ ਨੇ, ਉਹ ਆਪਾਂ ਨੂੰ ਇਹੀ ਸਲਾਹ ਦਿੰਦੇ ਹੁੰਦੇ ਆ ਨਾ। ਤੇ ਉਦੋਂ ਤੁਸੀਂ, ਜੇ ਤੁਹਾਨੂੰ ਕੋਈ ਨਹੀਂ ਸਪੋਰਟ ਕਰ ਰਿਹਾ, ਖੁਦ ਤੁਸੀਂ ਮਤਲਬ ਆਪਣੇ ਡਿਸੀਜ਼ਨ ਨੇ ਜਿਹੜੇ ਲੈ ਸਕਦੇ ਹੋ, ਜਦੋਂ ਤੁਹਾਨੂੰ ਪਤਾ ਹੋਵੇ ਵੀ ਮੈਂ ਕਿਸੇ ਤੇ ਬੋਝ ਨਹੀਂ ਬਣਨਾ, ਨਾ ਮੈਂ ਆਪਣੇ ਕਿਸੇ ਭੈਣ ਭਰਾਵਾਂ ਤੇ ਬਣਨਾ, ਨਾ ਮੈਂ ਆਪਣੇ ਕਿਸੇ ਮਾਂ ਪਿਓ ਤੇ ਬਣਨਾ, ਹੈ ਨਾ।
ਤੇ ਜਨਾਨੀ ਨੂੰ ਤਾਂ ਵੈਸੇ ਹੀ ਬੜੀ ਕਿਰਸ ਦੀ ਆਦਤ ਹੁੰਦੀ ਹੈ, ਤੁਸੀਂ ਜੌਬ ਨਾ ਵੀ ਕਰਦੇ ਹੋ ਉਹ ਘਰ ਦੇ ਖਰਚਿਆਂ ਚੋਂ ਹੀ ਬਚਾ ਕੇ ਨਾ 40-50 ਹਜ਼ਾਰ ਰੁਪਈਆ ਇਕੱਠਾ ਕਰ ਲੈਂਦੀ ਹੈ ਨਾ। ਤੇ ਜੇ ਉਹ ਕਮਾਊਗੀ ਤਾਂ ਮੈਨੂੰ ਐ ਨਹੀਂ ਲੱਗਦਾ ਵੀ ਉਹ ਕਿਤੇ ਬਾਹਰ ਲਿਜਾ ਕੇ ਸੁੱਟ ਦੂਗੀ ਹੈ ਨਾ। ਉਹਨੂੰ ਫਿਰ ਵੀ ਪਤਾ ਹੁੰਦਾ ਵੀ ਮੈਂ ਵੱਧ ਤੋਂ ਵੱਧ 10,000 ਰੁਪਏ ਆਪਣੇ ਤੇ ਖਰਚ ਲੂੰਗੀ ਹੈ ਨਾ, ਇਸ ਤੋਂ ਵੱਧ ਮੈਨੂੰ ਖੁਸ਼ੀ ਹੋਊਗੀ ਆਪਣੇ ਨਿਆਣਿਆਂ ਤੇ ਖਰਚ ਕੇ, ਆਪਣੇ ਘਰ 'ਚ ਖਰਚ ਕੇ, ਹੈ ਨਾ। ਤੇ ਜੇ ਉਹ ਮੈਂ ਕਰ ਰਹੀ ਹਾਂ ਤਾਂ ਮੈਨੂੰ ਲੱਗਦਾ ਉਹਦੇ 'ਚ ਮੇਰਾ ਕੋਈ ਨੁਕਸਾਨ ਨਹੀਂ, ਸਗੋਂ ਉਹ ਵਧੀਆ ਹੀ ਆ, ਹਰ ਚੀਜ਼ 'ਚ ਬਿਹਤਰ ਹੀ ਮੈਂ ਕਰੂੰਗੀ, ਹੈ ਨਾ। ਤੇ ਇਹ ਵੀ ਜ਼ਰੂਰੀ ਨਹੀਂ ਵੀ ਪੜ੍ਹ ਕੇ ਤੁਸੀਂ ਜੋਬ ਹੀ ਲੱਭਣ ਜਾਣਾ, ਹੈ ਨਾ। ਕੁੜੀਆਂ ਕੋਲ ਬਹੁਤ ਜ਼ਿਆਦਾ ਹੁਨਰ ਨੇ। ਆਪਾਂ ਹਮੇਸ਼ਾ ਇਨਕਰੇਜ ਕਰਦੇ ਹਾਂ ਕਿ ਤੁਸੀਂ ਘਰੇਲੂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ ਨਾ। ਜਿਵੇਂ ਮੈਨੂੰ ਹੁਣ ਉਹ ਇੱਕ ਦਿਨ ਮੈਂ ਤੁਹਾਡੇ ਨਾਲ ਗੱਲ ਕਰੀ ਸੀ ਕਿ ਇੱਕ ਕੁੜੀ ਆ, ਉਹਨੇ M.Tech ਕੀਤੀ ਹੋਈ ਆ, ਪਰ ਉਹ ਸਿਰਫ ਮਤਲਬ ਉਹਦੀ ਕੁਕਿੰਗ ਇੰਨੀ ਵਧੀਆ ਵੀ ਉਹ ਬਹੁਤ ਸਾਰੀਆਂ ਡਿਸ਼ਿਜ਼ ਜਿਹੜੀਆਂ ਬਣਾ ਕੇ, ਹੈ ਨਾ, ਲੋਕ ਉਹਨੂੰ ਆਰਡਰ ਕਰਦੇ ਹੋ ਤੇ ਉਹ ਡਿਸ਼ਿਜ਼ ਬਣਾ ਕੇ ਭੇਜਦੀ ਆ ਤੇ ਉਹਦੀ 2-2.5 ਲੱਖ ਰੁਪਏ ਆਮਦਨ ਆ। ਤੇ ਤੁਸੀਂ ਘਰੇ ਰਹਿ ਕੇ ਵੀ ਤੁਹਾਨੂੰ ਲੱਗਦਾ ਬਾਹਰ ਘਰ ਛੱਡ ਕੇ ਤੁਸੀਂ ਬਾਹਰ ਨਹੀਂ ਜਾ ਸਕਦੇ, ਘਰੇ ਰਹਿ ਕੇ ਜੋ ਮਰਜ਼ੀ ਕਰੀ ਜਾਓ, ਹੈ ਨਾ। ਹੁਣ ਹਰਭਜਨ ਕੌਰ ਕੀ 90 ਸਾਲ ਦੀ ਉਮਰ 'ਚ ਉਹ ਕਿਤੇ ਬੱਸ ਚੜ੍ਹ ਕੇ ਜੌਬ ਕਰਨ ਲਈ ਜਾਂਦੇ ਨੇ। ਹਾਂ, ਤੇ ਇਹ ਚੀਜ਼ਾਂ ਕੌਨਫੀਡੈਂਸ ਵੀ ਦਿੰਦੀਆਂ ਨੇ ਤੁਹਾਨੂੰ, ਆਪਣੇ ਆਪ ਨੂੰ ਖੁਸ਼ ਹੋਣ ਦਾ ਇੱਕ ਰੀਜ਼ਨ ਵੀ ਦਿੰਦੀਆਂ ਨੇ। ਤੇ ਮੈਨੂੰ ਲੱਗਦਾ ਸਭ ਤੋਂ ਵੱਡਾ ਰੀਜ਼ਨ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਸ ਦਿਨ ਚਾਹੇ ਤੁਹਾਡੇ ਘਰੇ ਮਤਲਬ ਕੋਈ ਕੱਟ ਵਾਢੀ ਹੋ ਰਹੀ ਹੋਵੇ, ਕੋਈ ਲੜ ਹੀ ਰਿਹਾ, ਹੈ ਨਾ, ਘਰੇ ਜਿੰਨੀ ਮਰਜ਼ੀ ਚਿੰਤਾ ਹੋਵੇ, ਤੁਹਾਨੂੰ ਪਤਾ ਹੁੰਦਾ ਵੀ ਯਾਰ ਮੈਂ ਆਪਣਾ ਕੰਮ ਕਰਨਾ, ਮੈਂ ਆਪਣੇ ਕੰਮ ਨੂੰ ਇੰਨੇ ਘੰਟੇ ਦੇਣੇ ਆ, ਤੁਸੀਂ ਸਾਰਾ ਕੁਝ ਭੁੱਲ ਕੇ ਉਸ ਕੰਮ 'ਚ ਬਿਜ਼ੀ ਹੋ ਜਾਂਦੇ ਹੋ ਨਾ। ਤਾਂ ਘੱਟੋ ਘੱਟ ਤੁਸੀਂ 5-7 ਘੰਟੇ ਤਾਂ ਆਪਣੀ ਉਸ ਹਾਰਡ ਲਾਈਫ 'ਚੋਂ ਐਬਸੈਂਟ ਹੁੰਨੇ ਹੀ ਹੋ ਨਾ, ਆਪਣਾ ਦਿਮਾਗ ਕਿਤੇ ਹੋਰ ਲਾਉਣੇ ਹੀ ਹੋ ਨਾ। ਤਾਂ ਮੈਨੂੰ ਲੱਗਦਾ ਤੁਹਾਡੀ ਮਾਨਸਿਕ ਤੰਦਰੁਸਤੀ ਲਈ ਵੀ ਜ਼ਰੂਰੀ ਭੈਣੇ, ਬਹੁਤ ਜ਼ਰੂਰੀ ਆ। ਆਪਾਂ ਇਹ ਨਹੀਂ ਕਹਿੰਦੇ ਕਿ ਨੌਕਰੀ ਕਰਨ ਨਾਲ ਹੀ ਤੁਸੀਂ ਘਰੋਂ ਬਾਹਰ ਨਿਕਲਦੇ ਹੋ, ਹੈ ਨਾ, ਜਾਂ ਕੋਈ ਆਪਦਾ ਕੰਮ ਧੰਦਾ ਕਰਨ ਲਈ ਬਾਹਰ ਨਿਕਲਦੇ ਹੋ ਤਾਂ ਹੀ ਤੁਸੀਂ ਤਣਾਅ ਤੋਂ ਮੁਕਤ ਹੁੰਦੇ ਹੋ। ਆਪਾਂ ਵੈਸੇ ਵੀ ਜਦੋਂ ਕਿਤੇ ਮਤਲਬ ਘਰੇ ਕੋਈ ਐਵੇਂ ਦਾ ਮਾਹੌਲ ਬਣ ਜਾਵੇ, ਜਾਂ ਆਪਣੇ ਕੰਮ 'ਤੇ ਵੀ ਕੋਈ ਆਪਣਾ ਕੁਲੀਗ ਇਹ ਕਵੇ ਕਿ ਮਤਲਬ ਅੱਜ ਮੈਂ ਠੀਕ ਨਹੀਂ ਮਹਿਸੂਸ ਕਰ ਰਿਹਾ, ਆਪਾਂ ਕਹਿੰਦੇ ਚੱਲ ਆਪਾਂ ਕਿਤੇ ਕੁਛ ਖਾ ਕੇ ਆਈਏ, ਹੈ ਨਾ। ਮਤਲਬ ਕਿ ਉਸ ਸਿਚੁਏਸ਼ਨ ਨਾਲੋਂ ਐਸਕੇਪ ਬਹੁਤ ਜ਼ਰੂਰੀ ਹੋ ਜਾਂਦਾ ਵਾ ਕਈ ਵਾਰ ਤੁਹਾਡੀ ਮਾਨਸਿਕ ਸਿਚੁਏਸ਼ਨ ਦੇ ਲਈ, ਹੈ ਨਾ। ਮੈਨੂੰ ਲੱਗਦਾ ਹੁੰਦਾ ਕਿ ਇਹ ਪ੍ਰਚਾਰ ਕਰਨਾ ਜਾਂ ਇਹ ਸਾਡੇ ਦਿਮਾਗ 'ਚ ਪਾਉਣਾ ਕਿ ਜੇ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਤੁਸੀਂ ਮਾਨਸਿਕ ਗੁਲਾਮੀ ਚੱਲ ਰਹੀ ਹੋ, ਹੈ ਨਾ, ਇਹ ਬਹੁਤ ਗਲਤ ਆ। ਮੈਨੂੰ ਲੱਗਦਾ ਕਿ ਇਹ ਅਸੀਂ ਸਿਰਫ ਇੱਕ ਪਾਸੇ ਤੇ ਇੱਕੋ ਹੀ ਚੀਜ਼ ਬਾਰੇ ਸੋਚ ਰਹੇ ਹਾਂ, ਹੈ ਨਾ। ਕਈ ਵਾਰੀ ਹੋ ਸਕਦਾ ਕਿ ਮਾਨਸਿਕ ਗੁਲਾਮੀ ਤਾਂ ਘਰੇ ਵੀ ਹੁੰਦੀ ਆ, ਮੈਂ ਕਹਿੰਦੀ ਹਾਂ ਘਰੇ ਜ਼ਿਆਦਾ ਹੁੰਦੀ ਆ, ਹੈ ਨਾ। ਤੇ ਸਗੋਂ ਤੇ ਕਈ ਵਾਰੀ ਨਾ ਔਰਤ ਦਾ ਮਾਨਸਿਕ ਤੌਰ ਤੇ ਤੰਦਰੁਸਤ ਰਹਿਣਾ ਵੀ ਬੜਾ ਜ਼ਰੂਰੀ ਹੁੰਦਾ, ਕਿਉਂਕਿ ਉਹਨੇ ਸਾਰਾ ਪਰਿਵਾਰ ਦੇਖਣਾ ਹੁੰਦਾ, ਹੈ ਨਾ। ਇਸ ਕਰਕੇ ਕਈ ਵਾਰੀ ਘਰ ਦੀਆਂ ਸਿਚੁਏਸ਼ਨਸ ਤੋਂ ਉਹਦਾ ਬਾਹਰ ਨਿਕਲਣਾ, ਚਾਹੇ ਉਹ ਨੌਕਰੀ ਦੇ ਬਹਾਨੇ ਨਿਕਲ ਰਹੀ ਆ, ਚਾਹੇ ਉਹ ਆਪਣਾ ਕੋਈ ਰੁਜ਼ਗਾਰ ਕਰ ਰਹੀ ਆ, ਕਿਸੇ ਬਹਾਨੇ ਵੀ ਅਗਰ ਉਹ ਘਰ ਤੋਂ ਥੋੜ੍ਹੇ ਕੁ ਘੰਟਿਆਂ ਲਈ ਬਾਹਰ ਨਿਕਲ ਰਹੀ ਹੈ ਤਾਂ ਮੈਨੂੰ ਲੱਗਦਾ ਉਹ ਪਰਿਵਾਰ ਦੇ ਲਈ ਫਾਇਦੇਮੰਦ ਆ, ਹੈ ਨਾ। ਵਾਈਬਸ ਹੀ ਪੂਰੀਆਂ ਚੇਂਜ ਹੋ ਜਾਂਦੀਆਂ ਨੇ। ਤੇ ਦੂਜੇ ਇੱਕ ਵਾਰੀ ਨਾ ਕਿਸੇ ਭੈਣ ਨੇ ਆਪਾਂ ਨੂੰ ਮੈਸੇਜ ਵੀ ਕੀਤਾ ਸੀਗਾ ਵੀ ਮੈਂ ਬਹੁਤ ਪੜ੍ਹੀ ਲਿਖੀ ਹਾਂ ਤੇ ਮੈਂ ਵਿਆਹ ਤੋਂ ਪਹਿਲਾਂ ਮੇਰੇ ਬੜੇ ਸੁਪਨੇ ਸੀ, ਮੈਂ ਬਹੁਤ ਮਿਹਨਤ ਨਾਲ ਪੜ੍ਹਾਈ ਕੀਤੀ ਵੀ ਮੈਂ ਕੁਛ ਕਰੂੰਗੀ ਆਪਣੀ ਜ਼ਿੰਦਗੀ ਦੇ ਵਿੱਚ, ਹੈ ਨਾ। ਵੀ ਵਿਆਹ ਤੋਂ ਬਾਅਦ ਮੈਨੂੰ ਵੀ ਪਹਿਲਾਂ ਇਹ ਗੱਲ ਕਿਸੇ ਨੇ ਨਹੀਂ ਖੋਲ੍ਹੀ, ਪਰ ਵਿਆਹ ਤੋਂ ਬਾਅਦ ਮੈਨੂੰ ਇਸ ਘਰੇ ਆ ਕੇ ਕਹਿ ਦਿੱਤਾ ਗਿਆ ਸਾਫ਼-ਸਾਫ਼ ਵੀ ਅਸੀਂ ਨੌਕਰੀ ਨਹੀਂ ਕਰਾਉਣੀ ਹੈਗੀ। ਮੈਨੂੰ ਲੱਗਦਾ ਇਹ ਵੀ ਤੁਸੀਂ ਮਾਨਸਿਕ ਤਸ਼ੱਦਦ ਵਾਲੀ ਗੱਲ ਹੁੰਦੀ ਆ, ਹੈ ਨਾ। ਹੁਣ ਜੇ ਮੈਂ ਆਪਦੇ ਘਰ ਦੀ ਸਿਚੁਏਸ਼ਨ ਦੇਖਾਂ, ਮੈਨੂੰ ਪਤਾ ਵੀ ਸਾਡੀਆਂ ਫੀਸਾਂ ਕਿਵੇਂ ਭਰੀਆਂ ਗਈਆਂ ਨੇ, ਜਾਂ ਸਾਡੀ ਮਾਂ ਨੇ ਸਾਡੇ ਲਈ ਕਿੰਨਾ ਜ਼ਿਆਦਾ ਸੰਘਰਸ਼ ਕੀਤਾ, ਹੈ ਨਾ, ਜਾਂ ਉਸ ਉਮਰ 'ਚ ਜਾ ਕੇ ਉਹਨੇ ਸਾਡੇ ਲਈ ਨੌਕਰੀਆਂ ਕੀਤੀਆਂ ਨੇ, ਹੈ ਨਾ। ਵੀ ਜਦੋਂ ਬੰਦਾ ਰਿਟਾਇਰਮੈਂਟ ਦੀ ਏਜ 'ਚ ਆ ਜਾਂਦਾ ਆ, ਜਾਂ ਜ਼ਿੰਦਗੀ ਦੇ ਵਿੱਚ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਬਦਲ ਮਤਲਬ ਐਕਸੈਪਟ ਹੀ ਨਹੀਂ ਕਰ ਪਾਉਂਦਾ, ਵੀ ਉਦੋਂ ਉਹਨਾਂ ਨੇ ਉਹ ਚੀਜ਼ਾਂ ਕੀਤੀਆਂ ਨੇ। ਤੇ ਹੁਣ ਜੇ ਗਾਂ ਲਈ ਮੈਨੂੰ ਆ ਕੇ ਕਹਿ ਦੇਣਗੇ ਕਿ ਤੁਸੀਂ ਨੌਕਰੀ ਨਹੀਂ ਕਰਨੀ, ਅਸੀਂ ਨਹੀਂ ਕਰਾਉਣੀ ਹੈਗੀ, ਸਾਡੇ ਘਰਾਂ ਦੀਆਂ ਕੁੜੀਆਂ ਨੌਕਰੀ ਨਹੀਂ ਕਰਦੀਆਂ, ਤਾਂ ਮੈਨੂੰ ਲੱਗਦਾ ਹੁੰਦਾ ਕਿ ਉੱਥੇ ਫਿਰ ਕਲੈਸ਼ ਹੋਣਾ ਲਾਜ਼ਮੀ ਹੋ ਜਾਂਦਾ ਆ। ਜੇ ਤੁਸੀਂ ਕੋਈ ਕੁੜੀ ਵਿਆਹ ਕੇ ਆਪਣੇ ਘਰ ਲੈ ਕੇ ਆ ਰਹੇ ਹੋ, ਤੁਸੀਂ ਕਹਿ ਰਹੇ ਹੋ ਤੁਹਾਡੀ ਇਹ ਸੋਚ ਆ ਵੀ ਅਸੀਂ ਉੱਥੇ ਤੋਂ ਨੌਕਰੀ ਨਹੀਂ ਕਰਾਉਣੀ, ਇਹ ਚੀਜ਼ ਤੁਹਾਨੂੰ ਵਿਆਹ ਤੋਂ ਪਹਿਲਾਂ ਖੋਲ੍ਹ ਲੈਣੀ ਚਾਹੀਦੀ ਹੈ। ਫਿਰ ਉਹ ਡਿਪੈਂਡ ਕਰਦਾ ਵੀ ਕੁੜੀ ਨੂੰ ਉਹ ਚੀਜ਼ ਤੁਹਾਡਾ ਵਿਚਾਰ ਚੰਗਾ ਲੱਗਿਆ ਜਾਂ ਨਹੀਂ ਲੱਗਿਆ, ਹੈ ਨਾ। ਕਈ ਵਾਰ ਸਾਡੇ ਪਰਿਵਾਰ ਵਾਲੇ ਵੀ, ਕੁੜੀ ਦੇ ਪਰਿਵਾਰ ਵਾਲੇ ਵੀ ਧੱਕਾ ਕਰ ਜਾਂਦੇ ਨੇ ਵੀ ਤੈਨੂੰ ਕੀ ਲੋੜ ਆ, ਤੈਨੂੰ ਉੱਥੇ ਕਾਹਦੀ ਕਮੀ ਆ, ਨੌਕਰੀਆਂ ਕਰਨੀਆਂ ਕਿਤੇ ਸੌਖੀਆਂ ਪਈਆਂ ਨੇ। ਵੀ ਹੋ ਸਕਦਾ ਵਾ ਵੀ ਉਹ ਕੁਝ ਹੋਰ ਸੋਚ ਕੇ ਪੜ੍ਹੀ ਹੋਵੇ ਹੁਣ ਤੱਕ, ਹੈ ਨਾ। ਫਿਰ ਤੁਸੀਂ ਉਹਨੂੰ ਇੰਨਾ ਪੜ੍ਹਾਉਂਦੇ ਨਾ, ਹੈ ਨਾ। ਜੇ ਉਹਨੇ ਜ਼ਿੰਦਗੀ 'ਚ ਆਪਦੇ ਲਈ ਇਹ ਨਹੀਂ ਵੀ ਨੌਕਰੀ ਨਹੀਂ ਕਰਨੀ ਹੈਗੀ, ਜੇ ਉਹਨੇ ਜ਼ਿੰਦਗੀ 'ਚ ਆਪਦੇ ਲਈ ਕੁਛ ਨਹੀਂ ਵੀ ਕਰਨਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇੰਨਾ ਪੜ੍ਹਾਉਣ ਲਿਖਾਉਣ ਦੀ ਲੋੜ ਹੁੰਦੀ ਆ, ਹੈ ਨਾ। ਤੇ ਜਿਹੜੇ ਘਰ ਮਤਲਬ ਇਹ ਆ ਕਿ ਕਹਿ ਦਿੰਦੇ ਨੇ ਜਿਹੜੇ ਘਰ ਦੇ ਵੀ ਨਹੀਂ ਅਸੀਂ ਨਹੀਂ ਨੂੰਹਾਂ ਤੋਂ ਨੌਕਰੀ ਕਰਾਉਣੀ ਹੈਗੀ, ਅਸੀਂ ਨਹੀਂ ਕਰਨਾ, ਉਹਨਾਂ ਨੂੰ ਮੈਨੂੰ ਲੱਗਦਾ ਕਿ ਪਹਿਲਾਂ ਹੀ ਗੱਲ ਖੋਲ੍ਹ ਲੈਣੀ ਚਾਹੀਦੀ ਆ ਵੀ ਜੇ ਕੁੜੀ ਨੂੰ ਚੰਗਾ ਲੱਗੂਗਾ ਤਾਂ ਉਹ ਰਿਸ਼ਤਾ ਕਰਵਾ ਲੂਗੀ, ਜੇ ਉਹਨੂੰ ਨਹੀਂ ਚੰਗਾ ਲੱਗੂਗਾ, ਉਹਨੂੰ ਲੱਗੂਗਾ ਕਿ ਨਹੀਂ ਮੈਂ ਆਪਦੀ ਜ਼ਿੰਦਗੀ 'ਚ ਕੁਛ ਹੋਰ ਸੋਚਿਆ ਹੋਇਆ ਵਾ, ਉਹ ਚੀਜ਼ਾਂ ਕਰਨ ਲਈ ਮੈਨੂੰ ਇਸ ਪਰਿਵਾਰ ਦੇ ਨਾ ਹਾਲਾਤ ਉਵੇਂ ਦੇ ਮਿਲਣਗੇ, ਨਾ ਜੇ ਮੈਂ ਉਲਟ ਜਾ ਕੇ ਕਰੂੰਗੀ ਤਾਂ ਸਾਡਾ ਮਾਹੌਲ ਸਹੀ ਨਹੀਂ ਰਹਿਣਾ, ਤਾਂ ਮੈਨੂੰ ਲੱਗਦਾ ਕਿ ਉਹ ਪਹਿਲਾਂ ਹੀ ਡਿਸੀਜਨ ਅੱਡ ਲੈ ਲੂਗੀ। ਹੁਣ
ਉਹ ਕੁੜੀਆਂ ਬਾਰੇ ਸੋਚੋ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਰਨਾ ਕੁਝ ਹੋਰ ਸੋਚਿਆ ਹੋਇਆ ਸੀ, ਪਰ ਉਹ ਕਰ ਕੁਝ ਹੋਰ ਰਹੀਆਂ ਨੇ, ਉਹ ਮਾਨਸਿਕ ਤੌਰ ਤੇ ਕਿੰਨੀਆਂ ਪਰੇਸ਼ਾਨ ਹੋਣਗੀਆਂ, ਹੈ ਨਾ। ਸੋ ਇਹ ਵੀ ਬਹੁਤ ਵੱਡਾ ਇਸ਼ੂ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕੁੜੀ ਨੂੰ ਵਿਆਹ ਕੇ ਤੁਸੀਂ ਘਰੇ ਲੈ ਆਉਂਦੇ ਹੋ ਤੇ ਵਿਆਹੁਣ ਲੱਗੇ ਤੁਸੀਂ ਉਹਨੂੰ ਇਹ ਵੀ ਦੇਖਦੇ ਹੋ ਵੀ ਇਹ ਕਿੰਨੀ ਪੜ੍ਹੀ ਲਿਖੀ ਆ। ਜੇ ਤੁਸੀਂ ਕੰਮ ਹੀ ਨਹੀਂ ਕਰਾਉਣਾ ਫਿਰ ਭਾਈ ਤੁਸੀਂ ਕੁੜੀ ਉਨੀ ਕੀ ਪੜ੍ਹੀ ਲਿਖੀ ਲੈ ਲਓ, ਹੈ ਨਾ, 10-12 ਵਾਲੀ ਕੁੜੀ ਲੈ ਲਓ ਤੁਸੀਂ। ਚਲੋ ਉਨੀ ਕੁ ਕੁੜੀ ਨੂੰ ਇਹ ਵੀ ਨਹੀਂ ਹੁੰਦਾ ਹੈਗਾ ਵਾ ਵੀ ਜੇ ਕੁੜੀ ਪੜ੍ਹੀ ਉਹ 12 ਵਾ, ਅਨਲੈਸ ਵੀ ਉਹਨਾਂ ਦੇ ਘਰ ਦੇ ਹਾਲਾਤ ਕੁਛ ਇੱਦਾਂ ਦੇ ਰਹੇ ਹੁਣ ਵੀ ਉਹਨੂੰ ਮੌਕਾ ਨਹੀਂ ਮਿਲਿਆ। ਪਰ ਜਿਹੜੀਆਂ ਆਪਦੀ ਮਰਜ਼ੀ ਨਾਲ 10 ਜਾਂ 12 ਪੜ੍ਹਦੀਆਂ ਨੇ ਉਹਨਾਂ ਦੀ ਸੋਚ ਮੈਨੂੰ ਨਹੀਂ ਲੱਗਦਾ ਵੀ ਹੁੰਦੀ ਹੋਊਗੀ ਕਿ ਅਸੀਂ ਜਾ ਕੇ ਅੱਗੇ ਜੋਬ ਕਰਨੀ ਆ ਜਾਂ ਆਪਣਾ ਕੋਈ ਕੰਮ ਕਰਨਾ। ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਹਾਊਸ ਵਾਈਫ ਹੀ ਬਣਨਾ ਆ। ਗਲਤ ਗੱਲ ਨਹੀਂ ਆ, ਕਈਆਂ ਦੀ ਸੋਚ ਉਹ ਵੀ ਹੋ ਸਕਦੀ ਆ, ਆਪਾਂ ਉਹਦੇ ਨਾਲ ਵੀ ਸਹਿਮਤ ਆ। ਹੁਣ ਜੇ ਕਿਸੇ ਦੀ ਸੋਚ ਇਹ ਆ ਵੀ ਮੈਂ ਇਸ ਕਰਕੇ ਪੜ੍ਹ ਰਹੀ ਹਾਂ, ਮੈਂ ਆਪਦੀ ਜ਼ਿੰਦਗੀ 'ਚ ਆਪਦੇ ਲਈ ਕੁਛ ਕਰਨਾ ਵਾ, ਜਾਂ ਇਹ ਮੇਰੇ ਸੁਪਨੇ ਨੇ, ਮੈਂ ਇਸ ਮੁਕਾਮ 'ਤੇ ਪਹੁੰਚਣਾ ਵਾ, ਮੇਰਾ ਇੰਨੇ ਲੋਕਾਂ 'ਚ ਮੈਂ ਆਪਦਾ ਨਾਂ ਬਣਾਉਣਾ ਆ, ਹੈ ਨਾ। ਜਾਂ ਕਈ ਵਾਰ ਇਹ ਵੀ ਹੁੰਦਾ ਹੈ ਕਿ ਕਈ ਕੁੜੀਆਂ ਨੂੰ ਹੁੰਦਾ ਹੈ ਕਿ ਮੈਨੂੰ ਮਾਣ ਹੋਣਾ ਚਾਹੀਦਾ ਵਾ ਵੀ ਮੈਂ ਕਿਸ ਪਿਓ ਦੀ ਜਾਂ ਕਿਸ ਦਾਦੇ ਦੀ ਪੋਤੀ ਹਾਂ, ਹੈ ਨਾ। ਸੋ ਬਹੁਤ ਸਾਰੇ ਰੀਜ਼ਨ ਹੁੰਦੇ ਨੇ ਜਿਨ੍ਹਾਂ ਕਰਕੇ ਬੰਦਾ ਪੜ੍ਹਦਾ ਵਾ, ਚੰਗੇ ਨੰਬਰ ਲੈਂਦਾ ਵਾ, ਫਿਰ ਅੱਗੋਂ ਜਾ ਕੇ ਉਹਨਾਂ ਨੂੰ ਲੱਗਦਾ ਮੈਂ ਆਪਦੀ ਜ਼ਿੰਦਗੀ 'ਚ ਆਪ ਕਮਾਵਾਂ, ਹੈ ਨਾ। ਬਿਲਕੁਲ, ਨਾਲੇ ਆਪਾਂ ਤਾਂ ਖੁਦ ਕਹਿ ਰਹੇ ਹਾਂ ਵੀ ਕਿਸੇ ਤੇ ਪ੍ਰੈਸ਼ਰ ਵੀ ਨਹੀਂ ਹੋਣਾ ਚਾਹੀਦਾ ਵੀ ਹਾਂ ਜੇ ਤੂੰ ਪੜ੍ਹੀ ਆ ਤੂੰ ਕਰੇਂਗੀ ਉਹ ਕਰੇਂਗੀ। ਇਹ ਤੁਹਾਡੀ ਆਪਣੀ ਚੋਇਸ ਹੋਣੀ ਚਾਹੀਦੀ ਆ। ਪਰ ਮੈਨੂੰ ਲੱਗਦਾ ਵੀ ਇਹ ਤੁਹਾਨੂੰ ਨਾ ਚੂਜ਼ ਕਰਨੀ ਚਾਹੀਦੀ ਹੈ ਇਹ ਚੀਜ਼, ਕਿਉਂਕਿ ਤੁਹਾਡੇ ਲਈ ਸੱਚੀ ਇਨ ਫਿਊਚਰ ਤੁਹਾਨੂੰ ਪਤਾ ਲੱਗਦਾ ਇਸ ਚੀਜ਼ ਦਾ ਕਿ ਮੇਰੇ ਲਈ ਬਹੁਤ ਫਾਇਦੇਮੰਦ ਹੈ ਇਹ ਚੀਜ਼। ਮੈਨੂੰ ਵੀ ਐਂ ਲੱਗਦਾ ਹੁੰਦਾ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਵੀ ਸਭ ਕੁਝ ਤਾਂ ਸਾਡੇ ਕੋਲ ਹੈ, ਮੈਂ ਕਿਉਂ ਜੌਬ ਕਰੂੰਗੀ, ਹੈ ਨਾ। ਪਰ ਜਦੋਂ ਤੁਹਾਡੇ ਬੱਚੇ ਵੀ ਵੱਡੇ ਹੋ ਰਹੇ ਹੁੰਦੇ ਆ ਤੇ ਤੁਸੀਂ ਜਦੋਂ ਬੱਚੇ ਘਰੋਂ ਬਾਹਰ ਜਾ ਰਹੇ ਆ, ਹਸਬੈਂਡ ਘਰੋਂ ਬਾਹਰ ਜੌਬ ਕਰਨ ਲਈ ਜਾ ਰਿਹਾ, ਹੈ ਨਾ, ਫਿਰ ਮੈਂ ਕਹਿੰਦੀ ਹਾਂ ਸੱਚੀ ਜਿੰਨੇ ਤੁਸੀਂ ਟੌਰਚਰ ਹੁੰਦੇ ਹੋ ਨਾ, ਮਤਲਬ ਕੋਈ ਬੰਦਾ ਨਹੀਂ ਇੰਨਾ ਜ਼ਿਆਦਾ ਹੁੰਦਾ। ਚਾਹੇ ਤੁਸੀਂ ਸਾਰਾ ਦਿਨ ਵੀ ਘਰ ਦੇ ਕੰਮਾਂ 'ਚ ਲੱਗੇ ਰਹੋ ਨਾ, ਫਿਰ ਵੀ ਤੁਹਾਨੂੰ ਹੁੰਦਾ ਵੀ ਛੇਤੀ ਬਾਹਰ ਲੈਣਾ ਚੁੰਬਕ ਵਾਂਗੂ ਘਰੇ ਮੁੜਿਆ ਹੋਣਾ, ਹੈ ਨਾ। ਤੇ ਤੁਸੀਂ ਫਿਰ ਇਹ ਚੀਜ਼ ਮੈਨੂੰ ਲੱਗਦਾ ਕਿ ਇਮੋਸ਼ਨਲੀ ਨਾ ਤੁਹਾਨੂੰ ਵੀ ਡੈਮੇਜ ਕਰਦੀ ਹੈ, ਤੁਹਾਡੀ ਸਾਰੀ ਫੈਮਿਲੀ ਨੂੰ ਵੀ ਕਰ ਦਿੰਦੀ ਆ। ਆਪਾਂ ਕਹਿੰਦੇ ਆ ਨਾ ਕਿ 2 ਜੀਆਂ ਦਾ ਕੰਮ ਕਰਨਾ ਬਹੁਤ ਜ਼ਰੂਰੀ ਆ, ਮਤਲਬ ਆਪਦੇ ਕਿੱਤੇ 'ਚ ਰੁੱਝੇ ਹੋਣਾ ਬਹੁਤ ਜ਼ਰੂਰੀ ਆ। ਫਿਰ ਉਹ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਤੰਗ ਨਹੀਂ ਕਰਦੇ ਹੈਗੇ, ਖਿੱਚਦੇ ਨਹੀਂ ਦਿਨ ਰਾਤ, ਹੈ ਨਾ, ਕਿ ਤੂੰ ਮੇਰੇ ਕੋਲ ਹੀ ਹੋਵੇਂ 24 ਘੰਟੇ। ਦੂਜੀ ਚੀਜ਼ ਹੈ ਕਿ ਨਹੀਂ ਕਿਸੇ ਦੀ ਚੋਇਸ ਉਹ ਨਾ ਕਰੇ, ਪਰ ਸੱਚੀ ਮਤਲਬ ਤੁਹਾਨੂੰ ਫਿਊਚਰ 'ਚ ਇਸ ਚੀਜ਼ ਦਾ ਪਤਾ ਲੱਗਦਾ ਕਿ ਮੈਂ ਸਮਾਂ ਰਹਿੰਦੇ ਇਹ ਚੀਜ਼ ਕਰਦਾ ਤਾਂ ਮੇਰੇ ਲਈ ਬਹੁਤ ਵਧੀਆ ਹੁੰਦਾ। ਮੈਂ ਤਾਂ ਗੁਰਦੀਪ ਬਹੁਤ ਸਾਰੀਆਂ ਆਪਣੀਆਂ ਕਲਾਸਮੇਟਸ ਦੇਖੀਆਂ ਨੇ, ਕਲਾਸਮੇਟ ਤਾਂ ਛੱਡੋ, ਮੇਰੇ ਇੱਕ ਭੈਣ ਨੇ, ਹੈ ਨਾ, ਉਹ ਨਰਸਿੰਗ ਜੋਬ ਸੀਗੀ ਉਹਨਾਂ ਦੀ, ਉਹਨਾਂ ਨੂੰ ਹਰਿਆਣੇ 'ਚ ਗਵਰਨਮੈਂਟ ਜੋਬ ਮਿਲੀ, ਹੈ ਨਾ। ਤੇ ਉਹ ਪਹਿਲਾਂ ਉਹਨਾਂ ਨੇ ਇਸ ਲਈ ਨਹੀਂ ਕੀਤੀ ਕਿ ਮੈਂ ਹਰਿਆਣੇ ਜਾ ਕੇ ਨਹੀਂ ਕਰੂੰਗੀ, ਹੈ ਨਾ। ਘਰ ਦੇ ਕਹਿੰਦੇ ਤੈਨੂੰ ਪੰਜਾਬ 'ਚ ਮਿਲੀ ਤਾਂ ਤੂੰ ਕਰ ਲਈ। ਤੇ ਉਹਨਾਂ ਦੇ ਨਾਲ ਦੀਆਂ ਜਿੰਨੀਆਂ ਉਹਨਾਂ ਦੀਆਂ ਕਲਾਸਮੇਟ ਸੀ ਜਿਹ 'ਚੋਂ 3-4 ਨੂੰ ਜੋਬ ਮਿਲੀ, ਹੈ ਨਾ, ਤਾਂ ਉਹ ਮਤਲਬ ਅੱਜ ਵਾਰ-ਵਾਰ ਇਹੀ ਚੀਜ਼ ਸੁਣਾਈ ਜਾਣਗੇ ਉਹ ਤਾਂ ਲੱਖ-ਲੱਖ ਰੁਪਏ ਤਨਖਾਹ ਲੈਂਦੀਆਂ ਨੇ, ਹੈ ਨਾ। ਤੇ ਫਿਰ ਉਹਨਾਂ ਨੇ ਇੱਥੇ ਪ੍ਰਾਈਵੇਟ ਸੈਕਟਰ 'ਚ ਜੋਬ ਕੀਤੀ ਤਾਂ ਪ੍ਰਾਈਵੇਟ ਸੈਕਟਰ 'ਚ ਹਰ ਬੰਦਾ ਖੁਸ਼ ਨਹੀਂ ਹੁੰਦਾ, ਹੈ ਨਾ। ਫਿਰ ਉਹਨਾਂ ਦੀਆਂ ਬੇਟੀਆਂ ਹੋਈਆਂ ਉਹਨਾਂ ਨੇ ਛੱਡ ਦਿੱਤੀ। ਤਾਂ ਹੁਣ ਮੈਨੂੰ ਲੱਗਦਾ ਵੀ ਉਹ ਜਦੋਂ ਨਾ ਘਰੋਂ ਤੰਗ ਹੁੰਦੇ ਨੇ, ਮਤਲਬ ਇਹ ਨਹੀਂ ਵੀ ਪੈਸੇ ਵੱਲੋਂ ਜਾਂ ਉੱਦਾਂ ਹੀ ਘਰੇ ਆਪਣੀ ਮਾੜਾ ਮੋਟਾ ਮਨ ਮੁਟਾਵ ਉਹ ਦੱਸਣ ਲੱਗ ਜਾਣਗੇ ਇੰਨੇ ਨੰਬਰ ਆਏ ਸੀਗੇ, ਮੈਂ ਨਰਸਿੰਗ 'ਚੋਂ ਟੌਪ ਕੀਤਾ ਸੀਗਾ ਮੈਂ, ਹੈ ਨਾ, ਫਲਾਣੀ ਜਗ੍ਹਾ ਧੱਕੇ ਖਾਦੇ ਮੈਂ ਤੇ ਹੁਣ ਮੈਂ ਕੁਝ ਵੀ ਨਹੀਂ ਕਰ ਰਹੀ, ਹੈ ਨਾ। ਤੇ ਉਹ ਚੀਜ਼ ਮੈਨੂੰ ਲੱਗਦਾ ਫਿਰ ਕਿਹੜਾ ਤੁਹਾਡੇ ਘਰ ਦਾ ਮਾਹੌਲ ਬਹੁਤ ਸਿਖਾਵਾਂ ਹੁੰਦਾ, ਹੈ ਨਾ। ਤੇ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਲੋਕ ਕਹਿੰਦੇ ਵੀ ਤੁਸੀਂ ਮਾਨਸਿਕ ਗੁਲਾਮੀ ਕਰ ਰਹੇ ਹੋ ਨਾ, ਉਹਨਾਂ ਨੇ ਮੈਨੂੰ ਲੱਗਦਾ ਵੀ ਉਹ ਘਰੇ ਨਾ ਕਿਸੇ ਨੂੰ ਗੁਲਾਮ ਬਣਾਉਣ ਦੇ ਆਦੀ ਹੋ ਜਾਂਦੇ ਨੇ। ਉਹਨਾਂ ਨੂੰ ਲੱਗਦਾ ਕਿ ਜੇ ਬਾਹਰ ਨਿਕਲੂ ਤਾਂ ਮਤਲਬ ਸ਼ਾਇਦ ਕੱਲ੍ਹ ਨੂੰ ਮੈਨੂੰ ਕਿਸੇ ਚੀਜ਼ ਲਈ ਜਵਾਬ ਦੇਣਾ ਸਿੱਖ ਜੂਗੀ ਜਾਂ ਕਿਸੇ ਚੀਜ਼ 'ਚ ਜਵਾਬ ਛੱਡੋ ਰਾਏ ਦੇਣੀ ਸਿੱਖ ਜੂਗੀ, ਹੈ ਨਾ। ਤੇ ਮਾਨਸਿਕ ਗੁਲਾਮੀ ਤਾਂ ਘਰ 'ਚ ਲੋਕੀ ਜ਼ਿਆਦਾ ਤਰੀਕੇ ਦੀ ਹੰਢਾਉਂਦੇ ਆ। ਸ਼ਾਇਦ ਉਹ ਮਤਲਬ ਜਿੰਨੀਆਂ ਆਪਣੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਘਰਾਂ 'ਚ ਨੇ ਨਾ, ਇੱਥੋਂ ਤੱਕ ਜਿਵੇਂ ਆਪਣੀ ਮੇਰੀ ਮਦਰ ਵੀ ਉਸ ਚੀਜ਼ 'ਚ, ਹੈ ਨਾ, ਕਿ ਉਹਨਾਂ ਨੂੰ ਪਤਾ ਕਿ ਉਹ ਗੁਲਾਮੀ ਕਿਸ ਤਰੀਕੇ ਦੀ ਹੁੰਦੀ ਆ। ਤਾਂ ਇਹ ਉਦਾਹਰਨਾਂ ਤਾਂ ਮੈਨੂੰ ਲੱਗਦਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹੀ ਲੋਕ ਦੱਸਦੇ ਨੇ ਜਿਹੜੇ ਅਸਲ 'ਚ ਨਾ ਔਰਤ ਦੇ ਜਾਗ ਜਾਣ ਤੋਂ ਜਦੋਂ ਬੰਦਾ ਡਰਨ ਲਾ ਜਾਂਦਾ। ਹਾਂ, ਨਹੀਂ ਮੈਂ ਕਿਹਾ ਵੀ ਉਹ ਹਮੇਸ਼ਾ ਉਦਾਹਰਨ ਦੇਣਗੇ ਵੀ ਪਹਿਲਾਂ ਔਰਤਾਂ ਦੇਖੋ ਘਰਾਂ ਦੇ ਵਿੱਚ ਕਿੰਨੀਆਂ ਫ੍ਰੀ ਸੀਗੀਆਂ ਆਪਦੀ ਮਰਜ਼ੀ ਨਾਲ, ਪਰ ਉਹਨਾਂ ਔਰਤਾਂ ਦੇ ਨਾਲ ਜਦੋਂ ਤੁਸੀਂ ਜਾ ਕੇ ਗੱਲ ਕਰਦੇ ਹੋ ਉਹ ਕਹਿੰਦੇ ਨਹੀਂ ਇੱਕ ਤੋਂ ਬੱਤਰ ਜ਼ਿੰਦਗੀ ਨਹੀਂ ਕੋਈ ਹੋ ਸਕਦੀ ਹੈਗੀ, ਅਸੀਂ ਕੀ ਕੀਤਾ ਆਪਣੇ ਲਈ। ਬਿਲਕੁਲ, ਉਹ ਕਹਿਣਗੇ ਜਦੋਂ ਸੂਟ ਵੀ ਤੁਹਾਨੂੰ 6 ਮਹੀਨੇ ਬਾਅਦ ਮਿਲਦੇ ਨੇ ਨਾ, ਤੁਹਾਨੂੰ ਫਿਰ ਪਤਾ ਲੱਗਦਾ ਕਿ ਅਸਲ 'ਚ ਗੁਲਾਮੀ ਕਿਹੜੀ ਹੁੰਦੀ ਆ। ਹੋਰ ਕਹਿੰਦੇ ਜਦੋਂ ਬੰਦਾ ਆਪ ਕਮਾਉਂਦਾ ਨਹੀਂ ਨਾ ਹੁੰਦਾ, ਕਹਿੰਦੇ ਘਰ ਦੇ ਤੁਹਾਡੇ ਸਿਓਕੇ ਲਈ ਗਿਣੀ ਜਾਂਦੇ ਨੇ। ਬਿਲਕੁਲ, ਡੇਲੀ ਘਰੇ ਖਾਣ ਤੇ ਹੀ ਆ। ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਸਿਰਫ ਜੌਬ ਇੱਕ ਰੀਜ਼ਨ ਨਹੀਂ ਹੁੰਦਾ ਵੀ ਮਤਲਬ ਸਿਰਫ ਕਮਾਉਣ ਲਈ ਤੁਸੀਂ ਨੌਕਰੀ ਕਰ ਰਹੇ ਹੋ ਜਾਂ ਕੋਈ ਆਪਣਾ ਕਿੱਤਾ ਕਰ ਰਹੇ ਹੋ। ਹੋਰ ਬਹੁਤ ਸਾਰੇ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਤੁਸੀਂ ਖੁਦ ਦਾ ਕਮਾਉਣਾ ਜ਼ਰੂਰੀ ਸਮਝਦੇ ਹੋ, ਹੈ ਨਾ। ਸੋ ਅੱਜ ਦੇ ਹਾਲਾਤ 'ਚ ਤਾਂ ਇਹ ਜ਼ਰੂਰੀ ਵੀ ਹੋ ਗਿਆ, ਜਿੰਨੀ ਮਹਿੰਗਾਈ ਵੱਧ ਗਈ ਆ ਜਾਂ ਜਿੰਨੇ ਖਰਚੇ ਬੱਚਿਆਂ ਦੀ ਉਹ ਪੜ੍ਹਾਈ ਦੇ ਹੋ ਰਹੇ ਨੇਗੇ। ਆਪਾਂ ਹਮੇਸ਼ਾ ਬਾਹਰ ਸੁਣਦੇ ਹੁੰਦੇ ਆ ਵੀ ਉੱਥੇ ਇੱਕ ਦਾ ਕਮਾ ਕੇ ਨਹੀਂ ਸਰਦਾ, ਤਾਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਸਾਡੇ ਵੀ ਇੱਧਰ ਇਹੀ ਹਾਲਾਤ ਨੇ। ਤੁਸੀਂ ਇਹ ਦੇਖ ਲਓ ਭੈਣੇ,
ਪੈਟਰੋਲ ਡੀਜ਼ਲ ਕਿੰਨਾ ਮਹਿੰਗਾ ਹੋ ਰਿਹਾ ਹੈ ਨਾ, ਸਾਡੇ ਘਰਾਂ ਦੀ ਰਸੋਈ ਗੈਸ ਕਿੰਨੀ ਮਹਿੰਗੀ ਹੋ ਗਈ। ਤੁਸੀਂ ਸਬਜ਼ੀ ਲੈਣ ਚਲੇ ਜਾਓ 500 ਦਾ ਨੋਟ ਗਿਆ ਤੁਹਾਡਾ ਇੱਕ ਟਾਈਮ ਦੀ ਸਬਜ਼ੀ ਲਈ, ਹੈ ਨਾ। ਕੋਈ ਫਰੂਟ ਲੈਣ ਚਲੇ ਜਾਓ 100 ਰੁਪਏ ਕਿਲੋ ਤੋਂ ਘੱਟ ਕੋਈ ਫਰੂਟ ਨਹੀਂ ਹੈਗਾ, ਹੈ ਨਾ। ਤੇ ਨਿਆਣਿਆਂ ਦੀਆਂ ਫੀਸਾਂ ਹੋਣੀ, ਆਪਾਂ ਗੱਲ ਕਰ ਰਹੇ ਸੀ ਵੀ ਨਰਸਰੀਆਂ ਵੀ ਲੱਖ ਲੱਖ ਸਵਾ ਲੱਖ 'ਚ ਪੈ ਰਹੀਆਂ ਨੇ ਨਾ। ਸੋ ਇੰਨਾ ਜਦੋਂ ਖਰਚਾ ਹੋਊਗਾ, ਆਮਦਨ ਸਾਡੀ ਹੈ ਨਹੀਂ ਗੀ ਇੱਕ ਜਾਣੇ ਦੀ ਉਨੀ ਵਿੱਚ ਸਾਰੇ ਘਰ ਦੇ ਖਰਚੇ ਮੈਨੇਜ ਕਰ ਸਕੇ। ਸੋ ਉੱਥੇ 2 ਜਾਣਿਆਂ ਦਾ 3 ਜਾਣਿਆਂ ਦਾ ਕਮਾਉਣਾ ਜ਼ਰੂਰੀ ਹੋ ਜਾਂਦਾ ਆ। ਸੋ ਅੱਜ ਦੇ ਗੱਲ ਤੇ ਗੱਲ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।